ਨਾਮ ਓੰਕਾਰ ਜੋਰੀ। ਸ਼੍ਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਸ਼੍ਰੀ ਤੇਗ ਬਹਾਦਰ ਪਰਮ ਕਿਰਪਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਾਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲੋ ਸੀ ਬੜ ਸੂਰਮਾ। ਕੱਕਾ ਜਿਸ ਕੀ ਜਾਤ। ਸ਼੍ਰੀ ਅਰਜਨ ਕੋ ਨਮੋਕਾਰ। ਬੂਝਤ ਪਇਓ ਬ੍ਰਿਤਾਂਤ। ਕਾਲੋ ਸੀ ਬੜ ਸੂਰਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਾਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀ ਇਹ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਆਪਣੇ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਵ ਤੇਗ ਦੇ ਧਣੀ, ਮਰਦ ਅਗੰਮੜੇ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕੀ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ, ਯਾਤਰਾ ਕਰਦਿਆਂ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਦੀ ਮਹਾਨ ਗੁਰ ਸੰਗਤ ਪ੍ਰਾਪਤ ਕਰਦਿਆਂ ਸਮੇਂ ਸਵਾਸਾਂ ਨੂੰ ਸਫਲਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਧੰਨ 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 ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੂਰ ਨੇੜਿਓਂ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ, ਗੁਰਸਿੱਖਾਂ ਨੂੰ, ਪ੍ਰੇਮੀਆਂ ਨੂੰ ਪਾਵਨ ਪਵਿੱਤਰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਇਸੇ ਸਮੇਂ ਦੌਰਾਨ ਹੀ ਕੁਝ ਪ੍ਰੇਮੀ ਸਾਹਿਬਾਂ ਦੇ ਹਜ਼ੂਰ ਆ ਕਰਕੇ ਪਹੁੰਚੇ, ਜਿਨ੍ਹਾਂ ਦੇ ਨਾਮ ਆਪ ਜੀ ਨੇ ਪਿੱਛੇ ਸਰਵਣ ਕੀਤੇ ਸਨ। ਭਾਈ ਹਮਜਾ, ਭਾਈ ਜੱਜਾ, ਭਾਈ ਬਾਲਾ ਜੀ, ਭਾਈ ਨਾਨੂ ਜੀ ਔਰ ਭਾਈ ਸੂਰੀ, ਇਹ ਪੰਜ ਗੁਰਸਿੱਖ ਚੱਲ ਕਰਕੇ ਆਏ। ਬੇਨਤੀ ਕੀਤੀ, ਮਹਾਰਾਜ ਬ੍ਰਾਹਮਣ ਪੰਡਤ ਲੋਕ ਪੁਰਾਣਾਂ ਦੇ ਦੁਆਰਾ ਕਾਸ਼ੀ ਦੀ ਜਾਂ ਹੋਰ ਤੀਰਥਾਂ ਦੀ ਬੜੀ ਮਹਿਮਾ ਕਰਦੇ ਹਨ, ਤੇ ਵੀ ਸੁਣਨ ਵਿੱਚ ਆਇਆ ਹੈ ਕਿ ਜਿਹੜਾ ਕਾਸ਼ੀ ਵਿੱਚ ਸਰੀਰ ਛੱਡ ਜਾਂਦਾ ਉਹ ਸ਼ਿਵ ਦੀ ਪੁਰੀ ਵਿੱਚ ਵਾਸਾ ਪਾਉਂਦਾ ਹੈ ਤੇ ਜੰਮਣ ਮਰਨ ਦੇ ਕਸ਼ਟ ਮਿਟਾ ਲੈਂਦਾ ਹੈ। ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਬੜੀ ਮਹਿਮਾ ਵਡਿਆਈ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਆਪ ਜੀ ਦੇ ਬਚਨ ਹਨ। ਕਿਰਪਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਮਹਾਤਮ ਵਰਣਨ ਕਰੋ। ਇੱਥੋਂ ਦੇ ਦਰਸ਼ਨ ਇਸ਼ਨਾਨ ਦਾ ਜੋ ਫਲਾਦੇਸ਼ ਹੈ, ਇੱਥੋਂ ਦੀ ਸੰਗਤ ਦਾ ਜੋ ਲਾਹਾ ਹੈ, ਸਹਿਬ ਸੱਚੇ ਸਤਿਗੁਰੂ ਨੇ ਸੁਣ ਕਰਕੇ ਸਿੱਖਾਂ ਦੀ ਬੇਨਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਵਡਿਆਈ ਸਰਵਣ ਕਰਾਈ ਕਿ ਜਿੰਨੇ ਵੀ ਤੀਰਥ ਹਨ ਉਹ ਸੂਖਮ ਰੂਪ ਧਾਰਨ ਕਰਕੇ ਸ੍ਰੀ ਅੰਮ੍ਰਿਤ ਸਰੋਵਰ ਦੇ ਇਰਦ ਗਿਰਦ ਵਸਦੇ ਹਨ। ਉਹ ਆਪਣੀ ਪਾਵਨਤਾ ਪਵਿੱਤਰਤਾ ਚਾਹੁੰਦੇ ਨੇ। ਜਿਵੇਂ ਗੰਗਾ ਬੜੀ ਪ੍ਰਸਿੱਧ ਮੰਨੀ ਹੈ, ਉਸ ਗੰਗਾ ਦੇ ਕਿਨਾਰੇ ਹਰਿਦੁਆਰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਇੱਥੇ ਹਰ ਕੀ ਪੌੜੀ ਵਾਲਾ ਪਾਵਨ ਸਥਾਨ ਜਿਹੜਾ ਹੈ ਇਹ ਮੁੱਖ ਹੈ। ਇਸ ਪਾਵਨ ਸਥਾਨ ਤੇ ਨਿਰਗੁਣ ਸਰੂਪ ਵਿੱਚ
ਅਕਾਲ ਪੁਰਖ ਜੀ ਦੀ ਬਾਣੀ ਸਰਗਮ ਸਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਨ ਸ਼ੋਭਾ ਪਾ ਰਹੇ ਹਨ। ਦੋਨਾਂ ਦਾ ਵਾਸ ਇਸ ਸਥਾਨ ਤੇ ਹੈ ਤੇ ਜਦੋਂ ਕੋਈ ਆ ਕੇ ਇੱਥੇ ਇਸ਼ਨਾਨ ਕਰੇਗਾ, ਧੁਰ ਕੀ ਬਾਣੀ ਸਰਵਣ ਕਰੇਗਾ, ਉਹਦੇ ਪਾਪ ਕਿਉਂ ਨਹੀਂ ਨਾਸ ਹੋਣਗੇ। ਗੁਰੂ ਕੀ ਬਾਣੀ ਨੂੰ ਸੁਣਨ ਨਾਲ ਮਨ ਸ਼ੁੱਧ ਤੇ ਪਿੱਤਰ ਹੋ ਜਾਏਗਾ। ਸੋ ਅਕਾਲ ਪੁਰਖ ਵਾਹਿਗੁਰੂ ਦਾ ਜਿੱਥੇ ਆਪਣਾ ਵਾਸਾ ਹੋਵੇ ਉੱਥੇ ਸਾਰੇ ਦੇਵਤੇ ਹੀ ਆ ਕਰਕੇ ਵਸਦੇ ਹਨ। ਉਹ ਸਾਰੇ ਆਪਣੀ ਪਵਿੱਤਰਤਾ ਪਾਵਨਤਾ ਚਾਹੁੰਦੇ ਨੇ। ਜੈ ਸ਼੍ਰੀ ਕਰਤਾ ਪੁਰਖ ਅਕਾਲ ਵਿਦ ਸ਼ਿਵ ਬਸੇ ਪ੍ਰਭ ਕੇ ਨਾਲ। ਵਿਧਾਤਾ ਵਰਗੇ ਸ਼ਿਵ ਵਰਗੇ ਦੇਵਤੇ ਪਰਮੇਸ਼ਰ ਦੇ ਨਾਲ ਹੀ ਵਸਦੇ ਹਨ। ਸੋ ਪੁੰਨ ਸੁਰ ਐਸੋ ਕੋਏ ਨਾ ਹੈ ਆਣ ਇਹਾਂ ਨਹਿ ਬਾਸੋ ਲਹਿ। ਫਿਰ ਕੋਈ ਦੇਵਤਾ ਐਸਾ ਨਹੀਂ ਕਿ ਜਿਹੜਾ ਇੱਥੇ ਆ ਕਰਕੇ ਵਾਸਾ ਨਾ ਲੈਂਦਾ ਹੋਵੇ, ਇੱਥੇ ਆ ਕੇ ਆਪਣੀ ਪਵਿੱਤਰਤਾ ਨਾ ਹਾਸਲ ਕਰਦਾ ਹੋਵੇ। ਸੋ ਤੁਸੀਂ ਪ੍ਰੇਮ ਸ਼ਰਧਾ ਭਾਵਨਾ ਧਾਰਨ ਕਰਕੇ ਸਤਿਨਾਮ ਵਾਹਿਗੁਰੂ ਦਾ ਜਾਪ ਜਪਿਆ ਕਰੋ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠਿਆ ਕਰੋ, ਸਿਮਰਨ ਕਰਿਆ ਕਰੋ। ਜਿਹੜੇ ਐਸਾ ਕਰਨਗੇ ਹਰ ਮੰਦਰ ਮੈਂ ਨਿਤ ਸਤਿਨਾਮ ਸਿਮਰੇ ਸੁਣੇ ਸੁਬਨ ਬਿਸਰਾ, ਉਹਨਾਂ ਦਾ ਮਨ ਟਿਕਾ ਪ੍ਰਾਪਤ ਕਰ ਲਵੇਗਾ, ਅਡੋਲਤਾ ਤੇ ਸਥਿਰਤਾ ਪ੍ਰਾਪਤ ਹੋ ਜਾਏਗੀ। ਤਿੰਨ ਤਾਪ ਨਾਸ਼ ਹੋ ਜਾਣਗੇ, ਅੰਤਸ਼ਕਰਨ ਸ਼ੁੱਧ ਹੋ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਜਿਹੜੇ ਨਿਸ਼ਕਾਮੀ ਹੋਣਗੇ ਤੇ ਜਿਹੜੇ ਸਕਾਮ ਹੋਣਗੇ, ਇੱਛਾ ਵਾਲੇ ਹੋਣਗੇ, ਖਹਿਸ਼ਾਂ ਵਾਲੇ ਹੋਣਗੇ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਕਦਮ ਕਦਮ ਤੇ ਸੈਂਕੜੇ ਤੀਰਥ ਸ੍ਰੀ ਦਰਬਾਰ ਸਾਹਿਬ ਦੇ ਆਸੇ ਪਾਸੇ ਆਪਣਾ ਸੂਖਮ ਰੂਪ ਧਾਰਨ ਕਰਕੇ ਵਾਸਾ ਕਰਦੇ ਹਨ। ਸਿੱਖਾਂ ਨੇ ਸਾਹਿਬਾਂ ਦੇ ਪਾਵਨ ਬਚਨ ਸੁਣੇ, ਬੜੀ ਸ਼ਰਧਾ ਭਾਵਨਾ ਧਾਰਨ ਕੀਤੀ ਕਿ ਜੋ ਸਤਿਗੁਰੂ ਕਹਿ ਰਹੇ ਨੇ ਸਤ ਹੈ। ਸੋ ਇਸ ਤਰ੍ਹਾਂ ਕੁਛ ਹੋਰ ਪ੍ਰੇਮੀ ਆਏ, ਭਾਈ ਕਾਲਾ, ਭਾਈ ਮੇਹਰਾ, ਭਾਈ ਨਿਹਾਲੂ ਜੀ, ਇਹਨਾਂ ਵੀ ਆ ਕੇ ਸਾਹਿਬਾਂ ਦੇ ਹਜ਼ੂਰ ਮੱਥਾ ਟੇਕਿਆ, ਨਮਸਕਾਰ ਕੀਤੀ, ਬੇਨਤੀ ਕੀਤੀ ਹੈ ਕਿ ਮਹਾਰਾਜ ਜਿਹੜੇ ਤਮੋ ਗੁਣੀ ਬਿਰਤੀ ਵਾਲੇ ਲੋਕ ਵਸਦੇ ਹਨ, ਉਹਨਾਂ ਦੀ ਗਤੀ ਹਾਲਤ ਕਿਸ ਤਰ੍ਹਾਂ ਦੀ ਹੋਵੇ। ਸੋ ਸਾਹਿਬਾਂ ਨੇ ਉਹਨਾਂ ਦੇ ਬਾਰੇ ਵੀ ਪਾਵਨ ਉਪਦੇਸ਼ ਸਿੱਖਾਂ ਦਾ ਸੰਦੇਹ ਨਿਵਰਤ ਕਰਦਿਆਂ ਹੋਇਆਂ ਫਰਮਾਇਆ ਹੈ ਕਿ ਇਹੋ ਜਿਹੇ ਜੀਵ ਜਿਹੜੇ ਅਕਾਲ ਪੁਰਖ ਦੇ ਨਾਮ ਤੋਂ ਟੁੱਟੇ ਨੇ, ਉਹ ਤ੍ਰਿਗਤ ਜੂਨਾਂ ਵਿੱਚ ਪੈ ਕਰਕੇ ਦੁੱਖ ਭੋਗਦੇ ਹਨ। ਕੁੱਤੇ, ਕਾਂ, ਭੂੰਡ, ਸੱਪ, ਸੋ ਇਸੇ ਤਰ੍ਹਾਂ ਹੋਰ ਇਹੋ ਜਿਹੀਆਂ ਜਿਹੜੀਆਂ ਤ੍ਰਿਗਤ ਜੂਨਾਂ ਹਨ, ਉਹਨਾਂ ਵਿੱਚ ਪਾਪੀ ਜੀਵ ਜਾ ਕਰਕੇ ਪੈਂਦੇ ਹਨ। ਫਿਰ ਜਦੋਂ ਕੋਈ ਭਗਤੀ ਕਰਦਾ, ਬੰਦਗੀ ਕਰਦਾ, ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ 84 ਦੇ ਚੱਕਰ ਤੋਂ ਮੁਕਤ ਹੁੰਦਾ ਹੈ। ਸੋ ਸਿੱਖਾਂ ਨੇ ਸਾਹਿਬਾਂ ਦਾ ਇਹ ਉਪਦੇਸ਼ ਸੁਣਿਆ, ਸੀਸ ਝੁਕਾਇਆ, ਮਹਾਰਾਜ ਆਪ ਜੀ ਧੰਨ ਹੋ ਜੋ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਪ੍ਰਗਟ ਕੀਤਾ ਹੈ। ਮਹਾਰਾਜ ਆਪ ਜੀ ਨੇ ਸਾਡੇ ਤੇ ਬੜੀ ਦਇਆ ਕੀਤੀ, ਕਿਰਪਾਲਤਾ ਕੀਤੀ, ਤਰਸ ਕੀਤਾ। ਆਪ ਦਾ ਵੱਡਾ ਪਰਉਪਕਾਰ ਹੈ। ਸੋ ਵੈਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹੋਰ ਵੀ ਗੁਰਸਿੱਖ ਆ ਰਹੇ ਨੇ, ਜਿਵੇਂ ਸਾਹਿਬਾਂ ਦੇ ਹਜ਼ੂਰ ਬੇਨਤੀ ਫਰਿਆਦ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਭਾਵਨਾ ਸੁਣ ਕਰਕੇ ਉੱਤਰ ਦਿੰਦੇ ਨੇ। ਜਿਵੇਂ ਇਤਿਹਾਸ ਭਾਈ ਸਾਹਿਬ ਜੀ ਸੁਣਾ ਰਹੇ ਹਨ, ਸਰਵਣ ਕਰੀਏ ਜੀ। ਦੋਹਰਾ ਕਾਲੋ ਸੀ ਬੜ ਸੂਰਮਾ, ਕੱਕਾ ਜਿਸ ਕੀ ਜਾਤ। ਭਾਈ ਕਾਲੋ ਵੱਡਾ ਸੂਰਮਾ ਸੀ, ਕੱਕਾ ਇਸ ਦੀ ਜਾਤੀ ਸੀ। ਸ਼੍ਰੀ ਅਰਜਨ ਕੋ ਨਮੋ ਕਰ, ਪੂਜਤ ਭਇਓ ਬ੍ਰਿਤਾਂਤ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਸਾਰਾ ਬਿਰਤਾਂਤ ਵਾਰਤਾ ਸਾਹਿਬਾਂ ਕੋਲੋਂ ਪੁੱਛਣ ਲੱਗਾ। ਜੋ ਪਈ ਮਰਹ ਜੁਦ ਮਹਿ ਜੋਦਾ ਜੋਏ, ਕੋ ਪਦ ਤਿਸ ਕੋ ਪ੍ਰਾਪਤ ਹੋਏ। ਮਹਾਰਾਜ ਜੀ ਕਿਰਪਾ ਕਰਕੇ ਦੱਸੋ, ਜਿਹੜਾ ਕੋਈ ਸੂਰਮਾ ਯੁੱਧ ਦੇ ਵਿੱਚ ਮਰ ਜਾਵੇ, ਭਾਵ ਲੇਖੇ ਲੱਗ ਜਾਏ,
ਦੱਸੋ ਉਹਨੂੰ ਕਿਹੜਾ ਪਦ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ। ਕਹਾਂ ਜਾਏ ਸੁਖ ਕੇ ਤਿਕ ਪਾਵੈ, ਸੁਨ ਸ਼੍ਰੀ ਮੁਖ ਤੇ ਤਾਹੇ ਬਤਾਵੈ। ਉਹ ਕਿੱਥੇ ਜਾਂਦਾ ਹੈ, ਉਹਦੀ ਆਤਮਾ ਕਿੱਥੇ ਪਹੁੰਚ ਜਾਂਦੀ ਹੈ। ਸੁਖ ਕੇਤਕ ਪਾਵੈ, ਕਿੰਨਾ ਕੋ ਸੁਖ ਪਾਉਂਦਾ ਹੈ। ਸੁਣ ਕਰਕੇ ਉਸ ਸਿੱਖ ਦੀ ਬੇਨਤੀ ਸੁਭਾਏਮਾਨ ਮੁਖ ਤੋਂ ਸਾਹਿਬਾਂ ਨੇ ਬਚਨ ਫਰਮਾਏ। ਧਰਮ ਵੀਰਤਾ ਜਿਸਨੇ ਧਾਰਾ, ਨਿਰਭੈ ਰਹਿਨ ਸੰਗਰਾਮ ਮਜਾਰਾ। ਸਤਿਗੁਰੂ ਪਾਤਸ਼ਾਹ ਆਖਣ ਲੱਗੇ, ਪ੍ਰੇਮੀਆਂ ਧਰਮ ਵੀਰਤਾ, ਵੀਰਤਾ ਵੀ ਧਰਮ ਹੈ, ਸੂਰਮਤਾਈ ਵੀ ਇੱਕ ਧਰਮ ਹੈ। ਸਹਿਬ ਕਹਿਣ ਲੱਗੇ ਜਿਸਨੇ ਵੀਰਤਾ ਵਾਲਾ, ਸੂਰਮਤਾਈ, ਬਹਾਦਰੀ ਵਾਲਾ ਧਰਮ ਧਾਰਨ ਕੀਤਾ ਹੈ ਤੇ ਸੰਗਰਾਮ ਮਝਾਰਾ, ਜੰਗ ਯੁੱਧ ਦੇ ਮਝਾਰਾ ਵਿੱਚ ਸੰਗਰਾਮ ਕਹਿੰਦੇ ਜੰਗ ਨੂੰ, ਤੇ ਨਿਰਭੈ ਰਹਿਣ, ਨਿਰਭੈ ਹੋ ਕਰਕੇ ਰਹਿਣਾ ਕਰਦਾ ਹੈ। ਕਿਸੇ ਦਾ ਡਰ ਭੈ ਨਹੀਂ ਮੰਨਦਾ ਕਬੂਲ ਦਾ। ਇਹੋ ਜਿਹਾ ਜਿਹੜਾ ਸੂਰਮਾ ਹੈ। ਜੀਤਿਓ ਸ਼ਤਰੂ ਚਹਿਤ ਚਿਤ ਮਰਿਓ, ਮਰਤ ਜੇ ਸਤ ਨਾਮ ਉਰ ਧਰਿਓ। ਤੇ ਜੀਤਿਓ ਸ਼ਤਰੂ ਚਹਿਤ, ਚਿੱਤ ਦੇ ਵਿੱਚ ਕੀ ਚਾਹੁੰਦਾ ਹੈ, ਦੁਸ਼ਮਣਾਂ ਨੂੰ, ਵੈਰੀਆਂ ਨੂੰ ਜਿੱਤਣਾ ਚਾਹੁੰਦਾ ਹੈ, ਜਾਂ ਫਿਰ ਆਪ ਕੁਰਬਾਨ ਹੋ ਜਾਣਾ ਚਾਹੁੰਦਾ ਹੈ। ਦੋ ਹੀ ਕੰਮ ਹੁੰਦੇ ਜੰਗ ਵਿੱਚ, ਜਾਂ ਮਰ ਜਾਓ ਤੇ ਜਾਂ ਮਾਰ ਦਓ, ਪਿੱਠ ਦਿਖਾ ਕੇ ਨਾ ਭੱਜੋ। ਇਹ ਸੂਰਮਿਆਂ ਦਾ ਕੰਮ ਨਹੀਂ, ਇਹ ਕੈਰਾਂ ਦਾ, ਬੁਜ਼ਦਲਾਂ ਦਾ ਤਾਂ ਕੰਮ ਹੈ ਕਿ ਜੰਗ ਦੇ ਮੈਦਾਨ ਦੇ ਵਿੱਚੋਂ ਨੱਸ ਜਾਣਾ। ਪਰ ਸੂਰਮੇ ਜਿਹੜੇ ਨੇ ਉਹ ਚਿੱਤ 'ਚ ਦੋ ਗੱਲਾਂ ਹੀ ਚਾਹੁੰਦੇ ਨੇ। ਬਾਣੀ ਦਾ ਇੱਕ ਬਚਨ ਹੈ, ਰਣ ਦੇਖ ਸੂਰੈ ਚਿੱਤ ਉਲਾਸ। ਉਹਦੇ ਮਨ 'ਚ ਤਾਂ ਚਾਅ ਚੜ੍ਹ ਜਾਂਦਾ ਹੈ, ਜੰਗ ਦਾ ਮਾਹੌਲ ਬਣਿਆ ਵੇਖ ਕਰਕੇ ਜਿਹੜਾ ਸੂਰਮਾ ਹੈ। ਸੋ ਜੀਤਿਓ ਸ਼ਤਰ ਚਹਿਤ ਚਿੱਤ ਮਰਿਓ, ਚਿੱਤ ਵਿੱਚ ਜਾਂ ਆਪ ਮਰਨਾ ਚਾਹੁੰਦਾ ਜਾਂ ਵੈਰੀ ਨੂੰ ਜਿੱਤ ਲਾਉਣਾ ਚਾਹੁੰਦਾ ਹੈ। ਤੇ ਇਹੋ ਜਿਹਾ ਸੂਰਮਾ ਜਿਹੜਾ ਸਤਨਾਮ ਵਾਹਿਗੁਰੂ ਨੂੰ ਹਿਰਦੇ 'ਚ ਧਾਰਨ ਕਰਕੇ, ਵਸਾ ਕਰਕੇ ਰੱਖ ਕੇ ਤੇ ਧਰਮ ਯੁੱਧ ਲੜਦਾ ਹੋਇਆ ਜੇਕਰ ਸ਼ਹੀਦ ਹੋ ਜਾਂਦਾ ਹੈ, ਪਰਲੋਕ ਗਮਨ ਕਰ ਜਾਂਦਾ ਹੈ। ਪ੍ਰਾਪਤ ਹੋਏ ਪਰਮ ਗਤ ਸੋਏ, ਜਨਮ ਜਨਮ ਕੇ ਪਾਪਨ ਧੋਏ। ਤੇ ਉਸ ਸੂਰਮੇ ਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਪਰਮ ਗਤ ਦਾ ਅਰਥ ਹੈ ਕੈਵਲ ਮੋਕਸ਼। ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜੋ ਬੜੀ ਉੱਚੀ ਹੈ। ਪਰਮ ਗਤੀ ਨੂੰ ਹਾਸਲ ਕਰ ਲੈਂਦਾ ਹੈ। ਉਸ ਅਵਸਥਾ ਨੂੰ ਪਾ ਕੇ ਫਿਰ ਉਹ ਜਨਮ ਤੇ ਜਨਮਾਤਰਾਂ ਦੇ ਪਾਪਨ ਕੋਏ ਸਾਰੇ ਪਾਪਾਂ ਨੂੰ ਨਾਸ਼ ਕਰ ਲੈਂਦਾ ਹੈ। ਬਿਨ ਸਿਮਰਨ ਰਿਸ ਰਿਪ ਪਰ ਧਾਰ, ਮਾਰ ਮਾਰ ਮੁਖ ਕਰਤੇ ਉਚਾਰ। ਤੇ ਜਿਹੜਾ ਬੰਦਾ ਸਿਮਰਨ ਨਹੀਂ ਕਰਦਾ, ਬਾਣੀ ਜਿਹਨੇ ਨਹੀਂ ਪੜ੍ਹੀ, ਭਗਤੀ ਨਹੀਂ ਕੀਤੀ, ਪਰ ਫਿਰ ਵੀ ਉਹ ਲੜਦਾ ਹੈ। ਰਿਸ ਰਿਪ ਪਰ ਧਾਰ, ਰਿਸ ਗੁੱਸਾ ਧਾਰ ਕੇ ਵੈਰੀ ਦੇ ਉੱਪਰ ਤੇ ਮੂੰਹ ਤੋਂ ਮਾਰ ਲਓ, ਮਾਰ ਲਓ, ਫੜ ਲਓ, ਫੜ ਲਓ ਕਰਦਾ, ਇਸ ਤਰ੍ਹਾਂ ਹਮਲਾ ਕਰਦਾ ਹੈ। ਬਿਨਾ ਤਰਾਸ ਤੇ ਤਨ ਤਜ ਦੇਤ, ਹੱਥ ਹੱਥ ਸ਼ਸਤਰ ਪਰਹਿ ਰਣ ਖੇਤ। ਤੇ ਬਿਨਾ ਕਿਸੇ ਤਰਾਸ ਡਰ ਭਾਉ ਤੋਂ ਨਿਰਭੈ ਬੇਖੌਫ ਹੋ ਕਰਕੇ ਆਪਣਾ ਤਨ ਸਰੀਰ ਜਿਹੜਾ ਛੱਡ ਦਿੰਦਾ, ਭਾਵ ਕਿ ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਲੇਖੇ ਲਾ ਦਿੰਦਾ ਹੈ। ਤੇ ਹੱਥ ਹੱਥ ਸ਼ਸਤਰ ਮਾਰ ਮਾਰ ਕੇ ਸ਼ਸਤਰ ਪਰੇ ਰਣ ਖੇਤ, ਆਪ ਜੰਗ ਦੇ ਮੈਦਾਨ ਦੇ ਵਿੱਚ ਕੀਮਾ ਕੀਮਾ ਪੁਰਜਾ ਪੁਰਜਾ ਹੋ ਕੇ ਡਿੱਗ ਪੈਂਦਾ ਹੈ। ਜੋਗੀ ਸਮ ਪੇਤੇ ਰਵ ਮੰਡਲ, ਪੁੰਨ ਪਹੁੰਚਹਿ ਜਹ ਬਸ ਹੈ ਅਖੰਡਲ। ਤੇ ਉਹਦਾ ਜਿਹੜਾ ਸੂਖਮ ਸਰੀਰ ਹੈ, ਸੂਖਸ਼ਮ ਸਰੀਰ ਆਤਮਾ, ਉਹ ਜੋਗੀਆਂ ਦੀ ਤਰ੍ਹਾਂ ਰਵ ਮੰਡਲ, ਸੂਰਜ ਮੰਡਲ ਨੂੰ ਭੇਦੇ ਵਿੰਨ ਕਰਕੇ ਪੁੰਨ ਪਹੁੰਚੇ ਜੈ ਬਸੇ ਅਖੰਡਲ, ਉੱਥੇ ਪਹੁੰਚਦਾ ਹੈ ਜਿੱਥੇ ਅਖੰਡਲ ਵਸਦਾ। ਖੰਡਲ ਕਹਿੰਦੇ ਨੇ ਜੇ ਸਾਰਾ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ, ਰਾਜਾ ਇੰਦਰ, ਉਹ ਇੰਦਰ ਦੇ ਲੋਕ ਵਿੱਚ ਪਹੁੰਚ ਜਾਂਦਾ, ਭਾਵ ਉਹ ਸੁਰਗ ਧਾਮ ਦਾ ਵਾਸੀ ਹੋ ਜਾਂਦਾ ਹੈ। ਕੰਨ ਬਿਰੰਗਨਾ ਸੇਵਤ
ਆਏ ਬਿਬਦ ਬਿਦਨ ਕੇ ਬਿਬਦ ਜਿਥਾਏ। ਤੇ ਉੱਥੇ ਤਾਂ ਫਿਰ ਬਹੁਤ ਸਾਰੇ ਜਿਹੜੇ ਸੇਵਾਦਾਰ ਉਹਦੀ ਸੇਵਾ ਕਰਨ ਵਾਸਤੇ ਆਉਂਦੇ ਹਨ। ਬਿਰੰਗਨਾ ਪਸ਼ਰਾਂ ਨੂੰ ਆਖਦੇ ਹਨ। ਸੋ ਤਰ੍ਹਾਂ ਤਰ੍ਹਾਂ ਦੇ ਆ ਕਰਕੇ ਉਸ ਦੇ ਸੇਵਾਦਾਰ ਹਾਜ਼ਰ ਹੋ ਜਾਂਦੇ ਨੇ। ਬਿਬਦ ਬਿਦਨ ਕੇ ਬਿਬਦ ਜੇ ਥਾਏ, ਬੜੇ ਸੋਹਣੇ ਕਈ ਤਰ੍ਹਾਂ ਦੇ ਜਿਹੜੇ ਦੇਵਤਿਆਂ ਦੇ ਉੱਥੇ ਥਾਂ ਹਨ। ਚਾਮੀ ਕਰਕੇ ਮੰਦਰ ਬੀਚ ਰਾਗ ਸੁਨਾਵਹਿ ਬਹੁ ਸੁਖ ਸੀਚ। ਉਹਨੂੰ ਫਿਰ ਸਵਰਗਾਂ ਦੇ ਸੁੱਖ ਸਾਰੇ ਨਸੀਬ ਹੋ ਜਾਂਦੇ ਜੋ ਦੇਵਤਿਆਂ ਨੂੰ ਮਿਲਦੇ ਨੇ। ਸੋਹਣੇ ਮਹਿਲਾਂ ਦੇ ਵਿੱਚ ਵਾਸਾ, ਜਿਹੜੇ ਚਾਮੀ ਘਰ ਸੋਨੇ ਦੇ ਬਣੇ ਹੋਣ, ਤੇ ਰਾਗ ਸੁਣਾਇਆ ਜਾਂਦਾ ਹੈ ਸੁਖ ਸੀਚ, ਸੁਖ ਸਿੰਜ ਕਰਕੇ, ਭਾਵ ਕਿ ਬੜੇ ਸੁੱਖ ਦੇ ਸਹਿਤ ਸੁੱਖਾਂ ਨਾਲ ਮਿਲਿਆ ਹੋਇਆ ਉਹ ਸੰਗੀਤ ਸੁਣਾਇਆ ਜਾਂਦਾ ਜਿਹਨੂੰ ਸੁਣ ਕਰਕੇ ਮਨ ਨੂੰ ਸਕੂਨ ਮਿਲਦਾ। ਇਹੋ ਜਿਹੇ ਸੰਗੀਤ ਵੀ ਹੁੰਦੇ ਕੰਨ ਪਾੜਵੇਂ, ਬੰਦੇ ਦਾ ਸਿਰ ਪੀੜ ਲੱਗ ਜਾਂਦਾ ਹੈ, ਔਰ ਉਹ ਵੀ ਸੰਗੀਤ ਹੀ ਹੁੰਦਾ ਜਿਹਨੂੰ ਸੁਣ ਕੇ ਮਨ ਸ਼ਾਂਤ ਹੁੰਦਾ ਹੈ। ਸੋ ਇਹੋ ਜਿਹਾ ਸੋਹਣਾ ਉਹਨੂੰ ਰਾਗ ਸੁਣਾਇਆ ਜਾਂਦਾ ਹੈ। ਇਤਿਆਦਿਕ ਸੁਖ ਅਨਿਕ ਪ੍ਰਕਾਰ ਸੁਰਤਨ ਹੋਇ ਰਹਿ ਸਵਰਗ ਮਝਾਰ। ਇਸ ਤਰ੍ਹਾਂ ਦਾ ਜਿਹੜਾ ਸੂਰਮਾ ਹੈ ਅਨੇਕਾਂ ਪ੍ਰਕਾਰ ਦੇ ਸੁੱਖਾਂ ਦੇ ਸਹਿਤ ਦੇਵਤਾ ਰੂਪ ਹੋ ਕੇ ਸਵਰਗਾਂ ਵਿੱਚ ਵਸਦਾ ਹੈ। ਧਰਮ ਵੱਡੋ ਇਹ ਆਯੁਧ ਧਾਰੀ ਨਹਿ ਸ਼ਤਰਨ ਦਿਖਾਏ ਪਿਸ਼ਾਰੀ। ਤੇ ਇਹ ਸੂਰਮੇ ਦਾ ਵੱਡਾ ਧਰਮ ਹੈ ਜਿਹੜਾ ਆਯੁਧ ਧਾਰੀ ਸ਼ਸਤਰ ਧਾਰੀ ਸੂਰਮਾ ਹੈ। ਇਹ ਉਹ ਸੂਰਮੇ ਦਾ ਵੱਡਾ ਧਰਮ ਹੈ ਕਿ ਕਦੇ ਵੀ ਵੈਰੀਆਂ ਨੂੰ ਆਪਣੀ ਪਿੱਠ ਨਾ ਵਿਖਾਵੇ, ਕੰਡ ਵਿਖਾ ਕੇ ਨਾ ਨਸੇ, ਸਮਾਂ ਬੰਨ ਤੇ ਕਾਇਰ ਬੁਝਦਲ ਨਾ ਬਣੇ, ਸਗੋਂ ਸਾਵੇਂ ਹਿੱਕ ਡਾਹ ਕਰਕੇ ਮਰਦਾਂ ਦੀ ਤਰ੍ਹਾਂ, ਵੀਰਾਂ ਦੀ, ਬਹਾਦਰਾਂ ਦੀ ਤਰ੍ਹਾਂ ਜੂਝ ਜਾਵੇ। ਦੋਨੋਂ ਲੋਕ ਸੂਰ ਭੁਜ ਤਰੈ ਜੀਤਹਿ ਪ੍ਰਿਥਵੀ ਰਾਜ ਸੁਕਰੈ। ਤੇ ਦੋਵੇਂ ਲੋਕ ਸੂਰਮੇ ਦੀਆਂ ਬਾਹਾਂ ਥੱਲੇ ਹੁੰਦੇ ਹਨ। ਉਹ ਜਿੱਤ ਕਰਕੇ ਤੇ ਫਿਰ ਪ੍ਰਿਥਵੀ ਤੇ ਵੱਡਾ ਰਾਜ ਕਰਦਾ ਹੈ। ਮਰੈ ਸਵਰਗ ਕੇ ਸੁਖ ਕੋ ਪਾਵਹਿ ਚਾਮੀ ਕਰਕੇ ਸਦਨ ਬਸਾਵਹਿ। ਜਿਉਂਦਾ ਰਹਿ ਗਿਆ, ਜਿੱਤ ਹੋ ਗਈ, ਫਤਿਹ ਹੋ ਗਈ। ਜਿੱਤ ਕਰਕੇ ਉਹ ਧਰਤੀ ਤੇ ਧਰਮ ਦਾ ਨੇਕੀ ਦਾ ਰਾਜ ਚਲਾਉਂਦਾ ਹੈ। ਜੇਕਰ ਮਰੈ ਸ਼ਹੀਦ ਹੋ ਗਿਆ, ਚੱਲ ਵਸਿਆ, ਸਵਰਗ ਕੇ ਸੁਖ ਕੋ ਪਾਵੇ, ਫਿਰ ਅਗਲੇ ਪਰਲੋਕ ਦੇ ਸੁੱਖਾਂ ਨੂੰ, ਸਵਰਗ ਦੇ ਸੁੱਖਾਂ ਨੂੰ ਪਾਉਂਦਾ ਹੈ। ਚਿਰ ਪ੍ਰਿਯੰਕਨ ਸੇਜ ਸੁਖਾਲੇ ਭੋਗੇ ਭੋਗ ਆਨੰਦ ਵਿਸਾਲੇ। ਤੇ ਸੋਹਣੇ ਪਲੰਗ, ਸੋਹਣੀਆਂ ਸੇਜਾਂ ਦੇ ਮਹਾਨ ਵੱਡੇ ਸੁੱਖਾਂ ਦੇ ਆਨੰਦ ਮਾਣਦਾ ਹੈ। ਜਾਨੋ ਜੋਦਾ ਗਤ ਭਲੇ ਇਮ ਜਾਨੋ ਜੋਦਾ ਗਤ ਭਲੇ ਸਮੁਖ ਲਹੇ ਤੇ ਸ਼ੁਭ ਪਦ ਮਿਲੇ। ਸੋ ਇਮ ਜਾਨੋ ਜੋਦਾ ਗਤ ਭਲੇ, ਇਸ ਤਰ੍ਹਾਂ ਜਾਨੋ ਜੋਧੇ ਦੀ ਜਿਹੜੀ ਭਲ ਗਤ ਭਲੇ, ਭਲੇ ਪ੍ਰਕਾਰ ਦੀ ਜਿਹੜੀ ਗਤ ਅਵਸਥਾ ਹੈ, ਸੂਰਮੇ ਦੀ ਜਿਹੜੀ ਅਵਸਥਾ ਹੈ, ਸਮੁਖ ਲਹਿ ਤੇ ਸ਼ੁਭ ਪਦ ਮਿਲੇ। ਇੱਥੇ ਸਮੁਖ ਲਹਿ ਤੋਂ ਭਾਵ ਜਿਹੜਾ ਵਾਹਿਗੁਰੂ ਦੇ ਸਨਮੁਖ ਰਹਿੰਦਾ ਨਾ, ਸਤਿਗੁਰੂ ਦੇ ਸਨਮੁਖ ਹੋ ਕਰਕੇ ਧਰਮ ਯੁੱਧ ਵਿੱਚ ਜੂਝ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ, ਧਰਮ ਤੋਂ ਪਰਉਪਕਾਰ ਕਰਦਾ ਹੋਇਆ ਮਜਲੂਮਾਂ ਵਾਸਤੇ, ਨੇਕੀ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਸ਼ੁਭ ਪਦ ਮਿਲੇ, ਉਸ ਨੂੰ ਸ਼ੁਭ ਪਦਵੀ ਪ੍ਰਾਪਤ ਹੋ ਜਾਂਦੀ। ਮਾਲਕ ਦਾ ਦੇਸ਼, ਉੱਥੋਂ ਦਾ ਉਹ ਵਾਸੀ ਬਣ ਜਾਂਦਾ ਹੈ। ਜਿਹੜਾ ਅਕਾਲ ਪੁਰਖ ਸਤਿਗੁਰੂ ਪਰਮੇਸ਼ਰ ਦੇ ਸਨਮੁਖ ਰਹਿੰਦਾ ਹੈ, ਆਪਣਾ ਧਰਮ ਨਿਭਾਉਂਦਾ ਹੈ, ਜ਼ੁਲਮ ਦੀ ਰੱਖਿਆ ਕਰਦਾ ਹੈ, ਧਰਮ ਦੇ ਅਸੂਲਾਂ ਤੇ ਪਹਿਰਾ ਦਿੰਦਾ ਹੈ। ਇਹੋ ਜਿਹਾ ਸੂਰਮਾ ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦਾ ਹੈ, ਸਾਹਿਬ ਕਹਿੰਦੇ ਫਿਰ ਉਹ ਮੁਕਤ ਫਲ ਪਾਉਂਦਾ ਹੈ, ਭਾਵ ਮਾਲਕ ਦੇ ਦੇਸ਼ ਦਾ ਵਾਸੀ ਬਣ ਜਾਂਦਾ ਹੈ। ਦੋਹਰਾ ਸੇਠਾ ਉਗਵੰਦਾ ਦੋ ਅਪਰ ਸੁਭਾਗਾ ਤੀਨ। ਅੱਗੇ ਹੋਰ ਗੁਰਸਿੱਖ ਚੱਲ ਕਰਕੇ ਆਏ, ਭਾਈ ਸੇਠਾ, ਭਾਈ ਉਗਵੰਦਾ, ਦੋ ਜਾਣੇ, ਇਹ ਤੇ ਭਾਈ ਸੁਭਾਗਾ, ਇਹ ਤਿੰਨ ਸਿੱਖ। ਚੋਹਣੀਏ ਪੁਰ
ਗੁਰ ਮੈਂ ਬਸ ਹੈ ਜਾਤ ਅਰੋੜੇ ਚੀਨ। ਇਹ ਚੂੜੀਏ ਨਗਰ ਦੇ ਵਿੱਚ ਵਸਦੇ ਸਨ। ਇਹਨਾਂ ਦੀ ਜਾਤ ਜਿਹੜੀ ਸੀ ਅਰੋੜੇ ਚੀਨ, ਅਰੋੜੇ ਜਾਣ ਲਓ, ਅਰੋੜੇ ਜਾਤ ਦੇ ਸਨ। ਚੌਪਈ ਸਿੱਖਨ ਕੀ ਸੇਵਾ ਨਿਤ ਕਰੈ, ਨਿਸਮਹਿ ਜਾਗ ਗੁਰੂ ਉਰ ਧਰੈ। ਇਹ ਗੁਰਮੁਖ ਪਿਆਰੇ ਗੁਰੂ ਕੇ ਸਿੱਖਾਂ ਦੀ ਬੜੀ ਭਾਰੀ ਸੇਵਾ ਕਰਦੇ ਸਨ ਤੇ ਨਿਸਮੈ ਰਾਤ ਦੇ ਸਮੇਂ ਜਾਗ ਕਰਕੇ ਜੋ ਗੁਰੂ ਦਾ ਹੁਕਮ ਹੈ ਸੋ ਭਾਵ ਅੰਮ੍ਰਿਤ ਵੇਲੇ ਉੱਠਦੇ ਸਨ, ਗੁਰੂ ਔਰ ਧਰੇ ਹਿਰਦੇ ਵਿੱਚ ਗੁਰੂ ਦਾ ਨਾਮ ਉਸਾਉਂਦੇ ਸਨ, ਗੁਰੂ ਗੁਰੂ ਜਪਦੇ ਸਨ। ਸ਼ੁਦਿਤ ਸਿੱਖ ਕੋ ਦੇਤ ਆਹਾਰਾ, ਹੀਰ ਨਗਨ ਕੋ ਬਸਤਰ ਉਦਾਰਾ। ਤੇ ਜੇ ਕਿਸੇ ਨੂੰ ਸ਼ੁੱਧਤ ਭੁੱਖਾ ਵੇਖ ਲੈਂਦੇ ਨੇ ਉਸ ਨੂੰ ਆਹਾਰਾ ਭੋਜਨ ਦਿੰਦੇ ਨੇ, ਤੇ ਜੇਕਰ ਕਿਸੇ ਨੂੰ ਨਗਨ ਵੇਖ ਲੈਂਦੇ ਨੇ ਤਨ ਤੋਂ, ਇਹਦੇ ਕੋਲ ਬਸਤਰ ਨਹੀਂ ਹਨ, ਉਸ ਨੂੰ ਬਸਤਰਾਂ ਦੀ ਸੇਵਾ ਕਰਦੇ ਹਨ। ਸ਼੍ਰੀ ਅਰਜਨ ਕੋ ਬੰਦਨ ਠਾਨੀ, ਹਾਥ ਜੋਰ ਅਰਦਾਸ ਬਖਾਨੀ। ਇਹਨਾਂ ਪ੍ਰੇਮੀਆਂ ਨੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਹੱਥ ਜੋੜ ਕਰਕੇ ਬੰਨ ਕਰਕੇ ਫਿਰ ਅਰਦਾਸ ਕੀਤੀ। ਭੋਜਨ ਇਹਾਂ ਦੇਤ ਘਰ ਮਾਹੀ, ਪਿਤਰਨ ਕੋ ਪਹੁੰਚਤ ਕੈ ਨਾਹੀ। ਬੇਨਤੀ ਕਰਕੇ ਪੁੱਛਿਆ, ਮਹਾਰਾਜ ਆ ਜਿਹੜੀ ਸਰਾਧਾਂ ਦੀ ਰੀਤੀ ਲੋਕ ਕਰਦੇ ਨੇ, ਪੰਡਤ ਲੋਕ ਕਿਵੇਂ ਲੋਕਾਂ ਨੂੰ ਦੁਬਦਾ ਚ ਪਾਉਂਦੇ ਨੇ ਕਿ ਇਸ ਤਰ੍ਹਾਂ ਭੋਜਨ ਛਕਾਓ ਤੇ ਉਹ ਗਾਂ ਪਿਤਰਾਂ ਨੂੰ ਪਹੁੰਚ ਜਾਂਦਾ ਹੈ, ਇਹਦੇ ਬਾਰੇ ਮਹਾਰਾਜ ਦੱਸੋ। ਭੋਜਨ ਇਹਾਂ ਦੇਤ ਘਰ ਮਾਹੀ, ਜਿਹੜਾ ਘਰ ਵਿੱਚ ਭੋਜਨ ਛਕਾਇਆ ਜਾਂਦਾ, ਪਿਤਰਨ ਕੋ ਪਹੁੰਚਤ ਕੈ ਨਾਹੀ, ਉਹ ਪਿਤਰਾਂ ਨੂੰ ਬਜ਼ੁਰਗਾਂ ਨੂੰ ਪਹੁੰਚਦਾ ਕਿ ਜਾਂ ਨਹੀਂ। ਸ਼੍ਰੀ ਮੁਖ ਤੇ ਤਿੰਨ ਸਾਖ ਬਖਾਨਾ, ਪਹੁੰਚਤ ਪਿਤਰਨ ਹਿਤ ਜੇ ਦਾਨਾ। ਸੁਭਾਏ ਮਾਨ ਮੁਖ ਤੋਂ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਚਨ ਕੀਤਾ ਕਿ ਜੋ ਤੁਸੀਂ ਪੁੱਛ ਰਹੇ ਹੋ ਨਾ ਕਿ ਪਹੁੰਚਤ ਪਿਤਰਨ ਹਿਤ ਜੇ ਦਾਣਾ, ਜਿਹੜਾ ਦਾਣਾ ਇੱਥੇ ਭੋਜਨ ਛਕਾਇਆ ਜਾਏ ਕੀ ਉਹ ਅੱਗੇ ਪਹੁੰਚਦਾ ਹੈ। ਸ਼੍ਰੀ ਨਾਨਕ ਕੋ ਕਹਿਓ ਪ੍ਰਮਾਨ, ਸੋ ਸ਼ਲੋਕ ਸਮਝੋ ਤਿਮ ਜਾਨ। ਉਹਦੇ ਬਾਰੇ ਤਾਂ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਆਪ ਪਹਿਲਾਂ ਹੀ ਨਿਰਣਾ ਕਰ ਗਏ ਨੇ ਬਾਣੀ ਦੇ ਵਿੱਚ। ਸੋ ਕਹਿਓ ਪ੍ਰਮਾਨ, ਪਰ ਵਿਸ਼ੇਸ਼ ਕਰਕੇ ਜੋ ਮਾਨ ਪ੍ਰਮਾਨ ਹੈ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਮੰਨਣ ਯੋਗ, ਪਰ ਮਾਨਦਾਰ ਜਿਹੜੀ ਮੰਨਣ ਯੋਗ ਦਲੀਲ ਹੋਵੇ। ਸੋ ਜੋ ਸਾਹਿਬਾਂ ਨੇ ਪ੍ਰਮਾਣ ਪਹਿਲਾਂ ਦਿੱਤਾ ਹੈ ਬਾਣੀ ਦੇ ਵਿੱਚ, ਸੋ ਸ਼ਲੋਕ ਸਮਝੋ ਤਿਮ ਜਾਨ, ਉਹ ਸ਼ਲੋਕ ਤਿਵੇਂ ਹੀ ਜਾਣ ਕਰਕੇ ਸਮਝਣਾ ਕਰੋ। ਸ਼੍ਰੀ ਮੁਖ ਵਾਕ ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਸਾਹਿਬਾਂ ਨੇ ਉਹ ਪੰਕਤੀ ਪੜ੍ਹੀ, ਜੇ ਮੁਹਾਕਾ ਘਰਮ ਹੈ ਪਿਤਰੀ ਦੇ, ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ, ਵੱਟੀਏ ਹੱਥ ਦਲਾਲ ਕੇ ਮੁਸਪੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਸੋ ਸਾਹਿਬਾਂ ਨੇ ਉਸ ਰੀਤੀ ਦਾ ਖੰਡਨ ਕੀਤਾ ਕਿ ਜਿਹੜਾ ਇੱਥੇ ਕੋਈ ਖਵਾਏ ਪਿਆਵੇਗਾ ਜੀ, ਪੰਡਤ ਜੀ ਹੁਣੀ ਛਕ ਕੇ ਅੱਗੇ ਮਾਲ ਸਪਲਾਈ ਕਰ ਦੇਣਗੇ। ਸੋ ਇਹੋ ਜਿਹਾ ਜਿਹੜਾ ਮਨਮਤ ਦਾ ਵਿਚਾਰ ਸੀ ਸਾਹਿਬਾਂ ਦਾ ਖੰਡਨ ਕੀਤਾ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਅੱਗੇ ਉਹ ਪ੍ਰਾਪਤ ਹੁੰਦਾ ਹੈ ਜੇ ਖੱਟੇ ਘਾਲੇ ਦੇ, ਜਿਹੜਾ ਖੱਟ ਕਰ ਘਾਲ ਕਰਕੇ ਨਾ ਦਸਾਂ ਨਵਾਂ ਦੀ ਕਮਾਈ ਕਰਕੇ ਆਪ ਘਾਲਣਾ ਘਾਲ ਕੇ ਕੁਛ ਦਿੱਤਾ ਹੋਵੇ ਨਾ, ਫਿਰ ਅੱਗੇ ਪਰਲੋਕ ਵਿੱਚ ਵੀ ਉਹੀ ਮਿਲਦਾ ਹੈ। ਤਾਂਹੀਏ ਸਾਹਿਬਾਂ ਨੇ ਕਿਹਾ ਹੈ ਕਿ ਥਾਵਾਂ ਥਾਵਾਂ ਤੇ ਬਾਣੀ ਚ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ। ਜਿਹੜਾ ਆਪ ਹੱਥੀਂ ਘਾਲਣਾ ਘਾਲ ਕੇ ਕਿਸੇ ਨੂੰ ਕੁਛ ਦਿੱਤਾ ਜਾਏ ਉਹੀ ਪ੍ਰਾਪਤ ਹੁੰਦਾ ਹੈ, ਮਗਰੋਂ ਕੋਈ ਕਿਸੇ ਦਾ ਕੀਤਾ ਸਪਲਾਈ ਮਾਲ ਨਹੀਂ ਪਹੁੰਚਦਾ, ਭਾਵੇਂ ਕੋਈ ਲੱਖ ਦਾਅਵੇ ਕਰੇ। ਸੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦਾਨ ਉਹੀ ਹੈ ਜਿਹੜਾ ਹੱਥੀਂ ਕਰ ਲਿਆ, ਨੇਕ ਕਮਾਈ ਕਰਕੇ, ਫਿਰ ਇਹ ਵੀ ਠੱਗੀਆਂ ਮਾਰ ਕਰਕੇ, ਛਲ ਫਰੇਬ ਕਵਟ ਕਰਕੇ ਜੀ ਇੰਨਾ ਦਾਨ ਕਰ ਦਿੱਤਾ ਤੇ ਅੱਗੇ ਮਿਲੇਗਾ, ਉਹ ਚੋਂ ਨਹੀਂ ਕੱਖ ਮਿਲਣਾ। ਸੋ ਧਰਮ ਦੀ ਨੇਕ ਕਮਾਈ ਕਰਕੇ ਜੋ ਦਿੱਤਾ ਹੋਵੇਗਾ ਨਾ ਉਹੀ ਪ੍ਰਾਪਤ ਹੋਵੇਗਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰੀਕੇ ਦੇ ਨਾਲ ਉਹਨਾਂ ਪ੍ਰੇਮੀਆਂ ਨੂੰ ਸਮਝਾਇਆ ਕਿ ਭਾਈ
ਜੋ ਕਿਸੇ ਨੇ ਨੇਕ ਕਰਮ ਕਰਕੇ ਧਰਮ ਦੀ ਕਿਰਤ ਕਰਕੇ ਕੋਈ ਦਾਨ ਪੁੰਨ ਕੀਤਾ ਹੈ ਉਹਦਾ ਹੀ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਦੋਹਰਾ ਪੈੜਾ ਜਾਤ ਚੰਡਾਲੀਆ ਜੇਠਾ ਸੇਠੀ ਆਨ। ਸੋ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਇਹਨਾਂ ਸਿੱਖਾਂ ਨੇ ਉਪਦੇਸ਼ ਸੁਣਿਆ, ਧਾਰਿਆ ਕਿ ਮਹਾਰਾਜ ਸੱਤ ਹੈ ਜਿਵੇਂ ਆਪ ਜੀ ਆਖਦੇ ਹੋ। ਅੱਗੇ ਹੋਰ ਸਿੱਖ ਆਏ, ਭਾਈ ਪੈੜਾ ਜਾਤ ਦਾ ਚੰਡਾਲੀਆ, ਇਸੇ ਤਰ੍ਹਾਂ ਹੀ ਜੇਠਾ ਤੇ ਸੇਠੀ ਆਣ, ਇਹ ਦੋ ਗੁਰੂ ਕੇ ਸਿੱਖ ਹੋਰ ਆਏ ਹਨ। ਸ਼੍ਰੀ ਅਰਜਨ ਕੀ ਸ਼ਰਨ ਤੱਕ ਬੰਧਨ ਕੀਨ ਸਜਾਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਤੱਕ ਕਰਕੇ ਬੰਧਨ ਕੀਨ ਸਜਾਨ, ਬੰਦਨਾ ਕਰਨ ਦੇ ਯੋਗ ਜਾਣ ਕਰਕੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੱਥਾ ਟੇਕਿਆ ਕਿ ਬੰਦਨਾ ਕਰਨ, ਨਮਸਕਾਰ, ਮੱਥਾ ਟੇਕਣ ਦੇ ਸਤਿਗੁਰੂ ਹੀ ਯੋਗ ਲਾਇਕ ਸਮਰੱਥ ਹੈ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਭਾਵਨਾ ਦੇ ਨਾਲ ਪੰਚਮ ਗੁਰਦੇਵ ਨੂੰ ਨਮਸਕਾਰ ਕੀਤੀ। ਆਪਣੀ ਅਰਦਾਸ ਬਖਾਨੀ ਰਾਵਰ ਕੀ ਬਾਨੀ ਹਮ ਮਾਨੀ। ਇਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਜੋ ਆਪ ਜੀ ਦੀ ਬਾਣੀ ਹੈ ਨਾ ਉਹ ਅਸੀਂ ਮੰਨਣਾ ਕੀਤੀ, ਭਾਵ ਜੋ ਆਪ ਦਾ ਉਪਦੇਸ਼ ਹੈ ਉਹ ਅਸੀਂ ਮੰਨਦੇ ਹਾਂ। ਧਰਮ ਕੀਰਤ ਤੇ ਕਰ ਹੈ ਕਮਾਈ ਸਿੱਖਨ ਸਾਥ ਬਾਟ ਹਮ ਖਾਈ। ਅਸੀਂ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਫਿਰ ਸਿੱਖਾਂ ਦੇ ਨਾਲ ਵੰਡ ਕਰਕੇ ਛਕਦੇ ਹਾਂ। ਮਿਲਦੇ ਜ ਹਮ ਸੋ ਤਰਕ ਕਰਨ ਤੇ ਕਹਿ ਹਿੰਸਾ ਨਿਤ ਪੰਚ ਕਰਨ ਤੇ ਜਿਹੜੇ ਬ੍ਰਾਹਮਣ ਪੰਡਤ ਲੋਕ ਨੇ ਉਹ ਸਾਡੇ ਨਾਲ ਜਦੋਂ ਮਿਲਦੇ ਸਾਨੂੰ ਤਰਕਾਂ ਕਰਦੇ ਆ। ਕੀ ਕਹਿੰਦੇ ਨੇ ਕਿ ਸਿੱਖੋ ਤੁਸੀਂ ਤਾਂ 5 ਤਰ੍ਹਾਂ ਦੀ ਹਿੰਸਾ ਰੋਜ਼ ਕਰਦੇ ਹੋ, ਤੁਸੀਂ ਤਾਂ ਹਿੰਸਕ ਹੋ। ਹਿੰਸਕ ਕਹਿੰਦੇ ਨੇ ਨਿਰਦਈ ਨੂੰ, ਨਿਰਦਈ ਪੁਨਾ ਕਰਨ ਵਾਲੇ ਨੂੰ। ਸੋ ਤੁਸੀਂ ਤਾਂ ਇਸ ਤਰ੍ਹਾਂ 5 ਤਰ੍ਹਾਂ ਦੀ ਹਿੰਸਾ ਕਰਦੇ ਹੋ। ਉਖਲੀ ਕੂਟਨ ਪੀਸਣ ਚਾਕੀ ਬਡਨੀ ਫੇਰਨ ਲੇਪਨ ਤਾਕੀ। ਉਹ 5 ਤਰ੍ਹਾਂ ਦੀ ਹਿੰਸਾ ਕਹਿੰਦੇ ਕਿਹੜੀ ਕਰਦੇ ਹੋ? ਉਖਲੀ ਕੂਟਨ। ਪੁਰਾਣੇ ਸਮੇਂ ਜਿਹੜਾ ਚੌਲ ਛੱਟਣ ਦਾ ਤਰੀਕਾ ਸੀ ਉਹ ਉਖਲੀ ਵਿੱਚ ਪਾ ਕੇ ਜਿਵੇਂ ਚੌਲ ਛੱਟੇ ਜਾਂਦੇ ਸਨ, ਛੜੀਦੇ ਸਨ। ਸੋ ਇਸੇ ਤਰ੍ਹਾਂ ਹੀ ਚੱਕੀ ਦੇ ਵਿੱਚ ਦਾਣੇ ਅੱਜ ਵੀ ਪੀਸੇ ਜਾਂਦੇ ਹਨ। ਕੂਟਣ ਤੋਂ ਭਾਵ ਹੁੰਦਾ ਹੈ ਕੁੱਟਣਾ। ਸੋ ਵੱਢਣੀ ਫੇਰਨਾ, ਜੋ ਬੌਕਰ ਫੇਰਨੀ, ਝਾੜੂ ਲਾਉਣਾ ਹੈ। ਲੇਪਨ ਤਾਂ ਕੀ ਜਿਵੇਂ ਅੱਜ ਕੱਲ੍ਹ ਵੀ ਮਾਈਆਂ ਜਿਵੇਂ ਸਫਾਈ ਕਰਦੀਆਂ ਹਨ, ਲੀਰ ਲਾ ਦਿੰਦੀਆਂ, ਪੁਰਾਣੇ ਸਮੇਂ ਦੇ ਵਿੱਚ ਪੋਚਾ ਫੇਰ ਦਿੱਤਾ ਜਾਂਦਾ ਸੀ, ਲੇਪਨ ਕਰ ਦਿੱਤਾ ਜਾਂਦਾ ਸੀ। ਸੋ ਇਸ ਤਰ੍ਹਾਂ ਜਿਹੜਾ ਝਾੜੂ ਇਤਿਆਦਿਕ ਲਾਉਣਾ ਤੇ ਲੇਪਨ ਕਰਦੇ ਹੋ। ਚੁੱਲ੍ਹੇ ਮਹਿ ਪਾਵਕ ਜੋ ਜਾਰਨ ਅਰ ਜਲ ਤੇ ਹੋਵਹਿ ਅਗ ਕਾਰਨ। ਤੇ ਫਿਰ ਚੁੱਲ੍ਹੇ ਦੇ ਵਿੱਚ ਜਿਹੜੀ ਪਾਵਕ ਲੱਕੜਾਂ ਜਦੋਂ ਪਾਉਂਦੇ ਅੱਗ ਬਾਲਦੇ ਹੋ ਤੇ ਜਲ ਤੇ ਹੋਵੇ ਅਗ ਕਾਰਨ, ਇਸ ਤਰ੍ਹਾਂ ਪਾਣੀ ਦੇ ਕਾਰਨ, ਇਹ ਪੰਜਵੀਂ ਹੈ। ਇਸ ਤਰ੍ਹਾਂ ਪਾਣੀ ਦੇ ਵਿੱਚ ਵੀ ਜੀਵ ਹੁੰਦੇ ਨੇ ਤੇ ਅੱਗ ਕਾਰਨ, ਇਹ 5 ਤਰ੍ਹਾਂ ਦੀ ਅੱਗ ਕਾਰਨ ਪਾਪਾਂ ਨੂੰ ਪੈਦਾ ਕਰਨ ਵਾਲੀ ਹਿੰਸਾ ਹੁੰਦੀ ਹੈ। ਅਗਨ ਅਹੁਤੀ ਪੰਜ ਹਮ ਦੇਤ ਦੋਸ਼ ਨਿਵਾਰਨ ਸੋ ਕਰ ਲੇਤ। ਤੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਤਾਂ ਅੱਗ ਵਿੱਚ 5 ਅਹੁਤੀਆਂ ਦੇ ਦਿੰਦੇ ਹਾਂ, ਜਿਸ ਕਰਕੇ ਜਿਹੜਾ ਦੋਸ਼ ਹੈ ਨਾ, ਇਹ ਪਾਪ ਜਿਹੜਾ ਹੁੰਦਾ ਹੈ ਸਾਨੂੰ ਇਹਦਾ ਫਲ ਨਹੀਂ ਲੱਗਦਾ, ਇਹਦਾ ਪਾਪ ਕਰਮ ਦੀ ਸਜ਼ਾ ਸਾਨੂੰ ਨਹੀਂ ਮਿਲਦੀ। ਉਹ ਸਾਰਾ ਦੋਸ਼ ਜਿਹੜਾ ਅਪਰਾਧ ਹੈ ਉਹ ਅਸੀਂ ਨਿਵਰਤ ਕਰ ਲੈਂਦੇ ਹਾਂ। ਪਿੱਛੇ ਪਾਵਨ ਭੋਜਨ ਕਰੈ ਤੁਮ ਨਹਿ ਕਰਹੁ ਪੰਚ ਅਗ ਧਰੈ। ਤੇ ਅਸੀਂ ਤਾਂ ਪਹਿਲਾਂ ਹਵਨੇ ਤੇ ਆਦਿਕ ਕਰਕੇ 5 ਤਰ੍ਹਾਂ ਦੀਆਂ ਹੁਤੀਆਂ ਦੇ ਕੇ ਤੇ ਆਪਣੇ ਦੋਸ਼ ਪਾਪ ਦੂਰ ਕਰ ਲੈਂਦੇ ਹਾਂ, ਪਰ ਤੁਸੀਂ ਨਹੀਂ ਜੀ ਐਸਾ ਕਰਦੇ। ਪਿੱਛੋਂ ਅਸੀਂ ਬਾਅਦ ਵਿੱਚ ਭੋਜਨ ਛਕਦੇ ਹਾਂ, ਪਰ ਤੁਸੀਂ ਤਾਂ ਇਹ ਕੁਛ ਕਰਦੇ ਨੇ, ਤੁਸੀਂ ਤਾਂ ਹੁਤੀ ਦਿੰਦੇ ਨਹੀਂ ਹੋ। ਤੇ ਇਸ ਤਰ੍ਹਾਂ ਤੁਸੀਂ ਇਹ 5 ਪਾਪ ਕਰਦੇ ਹੋ। ਸ਼੍ਰੀ ਅਰਜਨ ਸੁਨ ਤਿਨ ਸਮਝਾਇਓ ਜੋ ਆਹਾਰ ਤੁਮ ਸਿੱਖ
ਸਿੱਖਨ ਖੁਆਇਓ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਸੱਚੇ ਸਾਹਿਬ ਨੇ ਇਹਨਾਂ ਦਾ ਭੁਲੇਖਾ ਦੂਰ ਕਰਦਿਆਂ ਹੋਇਆਂ ਬਚਨ ਕਹਿ ਕੇ ਭਾਈ ਸਿੱਖੋ, ਜਿਹੜਾ ਭੋਜਨ ਪ੍ਰਸ਼ਾਦਾ ਤੁਸੀਂ ਗੁਰੂ ਕੇ ਸਿੱਖਾਂ ਨੂੰ ਸੰਗਤਾਂ ਨੂੰ ਛਕਾਉਂਦੇ ਹੋ ਛਕਾਇਆ ਹੈ। ਵਾਹਿਗੁਰੂ ਕੋ ਨਾਮ ਪਨੰਤੇ ਪਿਛੇ ਆਪ ਬੈਠ ਅਚਵੰਤੇ। ਤੇ ਜੋ ਵਾਹਿਗੁਰੂ ਦਾ ਨਾਮ ਕਹਿ ਕਰਕੇ ਛਕਦੇ ਹੋ ਨਾ, ਛਕਾਉਣ ਵਾਲਿਆਂ ਕੋਲੋਂ ਵੀ ਪਹਿਲਾਂ ਵਾਹਿਗੁਰੂ ਦਾ ਨਾਮ ਅਖਵਾਉਣਾ ਤੇ ਪਿੱਛੋਂ ਫਿਰ ਛਕਾ ਕਰਕੇ ਤੇ ਆਪ ਵਾਹਿਗੁਰੂ ਦਾ ਜਿਹੜਾ ਨਾਮ ਜਪਦੇ ਹੋ। ਵਾਹਿਗੁਰੂ ਕਹਿ ਜਬ ਮੁਖ ਪਾਵੈ ਸਰਬ ਸੁਰਨ ਕੋ ਤਬ ਤ੍ਰਿਪਤਾਵੈ। ਤੇ ਜਿਹੜਾ ਵਾਹਿਗੁਰੂ ਕਹਿ ਕਰਕੇ ਮੁਖ ਵਿੱਚ ਗਰਾਹੀ ਪਾਉਣੀ ਹੈ ਨਾ, ਇਹ ਸਮਝ ਲਵੋ ਕਿ ਸਾਰੇ ਜਿੰਨੇ ਵੀ ਦੇਵਤੇ ਉਹਨਾਂ ਸਾਰਿਆਂ ਨੂੰ ਤ੍ਰਿਪਤ ਕਰ ਦੇਣਾ, ਖੁਸ਼ ਕਰ ਦੇਣਾ, ਕਿਉਂਕਿ ਸਾਰਿਆਂ ਦਾ ਵਾਹਿਗੁਰੂ ਮੁੱਢ ਜਿਹੜਾ ਉਹ ਵਾਹਿਗੁਰੂ ਹੀ ਹੈ। ਸੋ ਜਦੋਂ ਵਾਹਿਗੁਰੂ ਕਹਿ ਲਿਆ ਤੇ ਸਮਝ ਲਓ ਕਿ ਸਾਰੇ ਦੇਵਤੇ ਹੀ ਤ੍ਰਿਪਤ ਹੋ ਗਏ। ਸਿੱਖਨ ਕੋ ਗੁਰ ਹਿਤ ਕਰ ਦੇ ਪੁੰਨ ਮਹਾ ਫਲ ਸੋ ਨਰ ਲੈ। ਤੇ ਜਿਹੜਾ ਗੁਰੂ ਦਾ ਸਿੱਖ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਗੁਰੂ ਦੇ ਹਿੱਤ ਗੁਰੂ ਦੇ ਨਿਮਿਤ, ਉਹ ਸਮਝੋ ਕਿ ਸਾਰੇ ਹੀ ਪੁੰਨ ਕਰਕੇ ਤੇ ਵੱਡਾ ਫਲ ਲੈ ਲੈਂਦਾ ਹੈ। ਕਰ ਅਰਦਾਸ ਪ੍ਰਸਾਦ ਵਰਤਾਵੈ ਤਿਨ ਤੇ ਅਗ ਅਰ ਬਿਗਨ ਨਸਾਵੈ। ਤੇ ਜਦੋਂ ਸਾਡਾ ਸਿੱਖ ਅਰਦਾਸ ਕਰਦਾ ਨਾ, ਪਹਿਲਾਂ ਪ੍ਰਸ਼ਾਦਾ ਤਿਆਰ ਕਰਕੇ ਅਰਦਾਸ ਕਰਕੇ ਤੇ ਭੋਗ ਲਵਾਇਆ ਜਾਂਦਾ ਹੈ। ਕਰ ਅਰਦਾਸ ਪ੍ਰਸਾਦ ਵਰਤਾਵੇ, ਅਰਦਾਸ ਤੋਂ ਬਾਅਦ ਜਦੋਂ ਪ੍ਰਸ਼ਾਦ ਵਰਤਾਇਆ ਜਾਂਦਾ ਹੈ, ਤਿੰਨ ਤੇ ਅਗ ਅਰ ਬਿਗਨ ਨਸਾਵੇ। ਉਸ ਅਰਦਾਸ ਬੇਨਤੀ ਦੀ ਬਰਕਤ ਨਾਲ ਫਿਰ ਸਾਰੇ ਅਗ ਤੇ ਪਾਪ ਜਿਹੜੇ ਨਾਸ਼ ਹੋ ਜਾਂਦੇ ਨੇ। ਜਦੋਂ ਗੁਰੂ ਅੱਗੇ ਤਰਲਾ ਲਿਆ ਜਾਏ, ਬੇਨਤੀ ਕੀਤੀ ਜਾਏ, ਗੁਰੂ ਸਿੱਖ ਦੀ ਸੁਣਦਾ ਹੈ। ਸੋ ਸਤਿਗੁਰੂ ਹਾਜ਼ਰ ਨਾਜ਼ਰ ਹੈ ਤੇ ਸਿੱਖ ਦੀ ਅਰਦਾਸ ਸਫਲਾਉਂਦੇ ਨੇ ਤੇ ਸਾਰੇ ਪ੍ਰਕਾਰ ਦੇ ਪਾਪਾਂ ਵਿਘਨਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਬਚਾ ਲੈਂਦੇ ਹਨ। ਪ੍ਰਭ ਸਭ ਸੁਰ ਕੋ ਮੂਲ ਮਹਾਨਾ ਤਿਸ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ। ਪ੍ਰਭੂ ਪਰਮੇਸ਼ਰ ਜਿਹੜਾ ਹੈ ਉਹ ਸਾਰੇ ਦੇਵਤਿਆਂ ਦਾ ਮੁੱਢ ਹੈ। ਜਿੰਨੇ ਵੀ ਦੇਵਤੇ ਨੇ ਅਕਾਲ ਪੁਰਖ ਉਹਨਾਂ ਦਾ ਮੂਲ ਹੈ, ਮਹਾਨ ਹੈ। ਤਿਸ ਤ੍ਰਿਪਤੇ ਪਰਮਾਤਮਾ ਤ੍ਰਿਪਤ ਹੋ ਗਿਆ ਨਾ, ਸਮਝ ਲਓ ਸਭ ਸੁਰ ਤ੍ਰਿਪਤਾਨਾ, ਸਾਰੇ ਦੇਵਤੇ ਤ੍ਰਿਪਤ ਹੋ ਗਏ। ਪਰਮੇਸ਼ਰ ਹੀ ਸਾਰਿਆਂ ਦਾ ਮੁੱਢ ਹੈ। ਜਥਾ ਮੂਲ ਤਰ ਸਿੰਚਨ ਕਰੇ ਪੁੱਤਰ ਪੁਸ਼ਪ ਸ਼ਾਖਾ ਹੋਏ ਹਰੇ। ਸਾਹਿਬਾਂ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਜਿਵੇਂ ਇੱਕ ਦਰਖਤ ਹੈ ਤੇ ਉਸ ਦਰਖਤ ਦੇ ਮੁੱਢ ਨੂੰ ਪਾਣੀ ਪਾ ਦਈਏ ਨਾ, ਜਥਾ ਮੂਲ ਤਰ, ਦਰਖਤ ਦਾ ਜਿਹੜਾ ਮੂਲ ਹੈ ਮੁੱਢ, ਤਰ ਕਹਿੰਦੇ ਰੁੱਖ, ਸਿੰਚਨ ਕਰੇ ਉਹਨੂੰ ਪਾਣੀ ਪਾ ਦਈਏ, ਪੱਤਰ ਪੁਸ਼ਪ ਸ਼ਾਖਾ ਹੋਏ ਹਰੇ, ਉਹਦੇ ਪੱਤੇ, ਉਹਦੇ ਪੁਸ਼ਪ ਫੁੱਲ, ਉਹਦੀਆਂ ਸ਼ਾਖਾਂ ਟਾਹਣੀਆਂ ਸਾਰੇ ਹਰੇ ਭਰੇ ਹੋ ਜਾਂਦੇ ਹਨ। ਸੁਨ ਸਿੱਖਨ ਨਿਸਚੈ ਉਰ ਪਾਇਓ ਸਤਿਗੁਰ ਆਗੈ ਸੀਸ ਝੁਕਾਇਓ। ਸਾਹਿਬਾਂ ਦੇ ਕੋਲੋਂ ਐਸਾ ਬਚਨ ਸੁਣ ਕਰਕੇ ਸਿੱਖਾਂ ਨੇ ਮਨ ਵਿੱਚ ਨਿਸ਼ਚਾ, ਭਰੋਸਾ, ਵਿਸ਼ਵਾਸ ਤੇ ਯਕੀਨ ਪਾਇਆ ਕਿ ਜੋ ਸਾਹਿਬ ਕਹਿ ਰਹੇ ਨੇ ਬਿਲਕੁਲ ਸੱਚ ਹੈ। ਜਦੋਂ ਵਾਹਿਗੁਰੂ ਕਹਿ ਕੇ ਮੁਖ ਵਿੱਚ ਪਾ ਲਿਆ, ਪਿੱਛੇ ਹੋਰ ਕਿਹਨੂੰ ਯਾਦ ਕਰਨਾ ਹੈ? ਅਕਾਲ ਪੁਰਖ ਹੀ ਸਾਰਿਆਂ ਦਾ ਮੁੱਢ ਹੈ। ਸੋ ਇਸ ਵਾਸਤੇ ਜੋ ਸਾਹਿਬ ਕਹਿ ਰਹੇ ਨੇ ਬਿਲਕੁਲ ਸੱਚ ਹੈ। ਸਿੱਖਾਂ ਨੇ ਸਾਹਿਬਾਂ ਦਾ ਉਪਦੇਸ਼ ਸੁਣ ਕੇ ਮਨ 'ਚ ਨਿਸ਼ਚਾ ਪਾਇਆ, ਸਤਿਗੁਰੂ ਜੀ ਦੇ ਅੱਗੇ ਬਾਹ ਅਦਬ ਸਤਿਕਾਰ ਨਾਲ ਸੀਸ ਝੁਕਾਇਆ, ਮੱਥਾ ਟੇਕਿਆ। ਗੁਰ ਦਿੱਤਾ ਸਿੱਖ ਲਟਕਣ ਘੂਰਾ ਹੁਤੋ ਸਰਾਫ ਕਟਾਰਾ ਰੂਰਾ। ਅੱਗੇ ਹੋਰ ਸਿੱਖ ਆਏ, ਭਾਈ ਗੁਰਦਿੱਤਾ ਸਿੱਖ ਜੀ, ਭਾਈ ਲਟਕਣ ਨਾਮ ਹੈ ਤੇ ਘੂਰਾ ਖੱਤਰੀਆਂ ਦੀ ਇੱਕ ਜਾਤ ਮੰਨੀ ਜਾਂਦੀ ਸੀ, ਉਸ ਜਾਤੀ ਵਿੱਚੋਂ ਸੀ। ਇੱਕ ਭਾਈ ਕਟਾਰਾ ਹੈ, ਰੂਰਾ ਬੜਾ ਸੋਹਣਾ, ਸੋਹਣੇ ਜੀਵਨ ਵਾਲਾ ਹੈ, ਸਰਾਫ ਦਾ ਕੰਮ ਕਰਦਾ ਸੀ। ਸੋ ਸਰਾਫ ਆਮ ਤੌਰ ਤੇ ਸੁਨਿਆਰੇ ਦਾ ਕਰਮ ਕਰਨ ਵਾਲੇ ਨੂੰ ਕਹਿ ਦਿੰਦੇ ਹਨ। ਸੋ ਇਹ ਗੁਰਮੁਖ ਜਿਹੜੇ ਸਾਹਿਬਾਂ ਦੇ ਹਜ਼ੂਰ ਚੱਲ ਕੇ ਆਏ, ਮਿਲ ਭਗਵਾਨਾ ਚਾਰੋਂ ਆਏ, ਸ਼੍ਰੀ
ਅਰਜਨ ਪਗ ਸੀਸ ਝੁਕਾਏ। ਇੱਕ ਭਾਈ ਭਗਵਾਨਾਂ ਜੀ ਨਾਲ ਮਿਲਿਆ, ਚਾਰ ਜਾਣੇ ਮਿਲ ਕਰਕੇ ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਆ ਕੇ ਸਾਹਿਬਾਨ ਦੇ ਚਰਨਾਂ ਤੇ ਸੀਸ ਝੁਕਾਇਆ। ਬੁਝਿਓ ਨਾਮ ਜਪਹਿ ਹਮ ਕੌਣ, ਜਿਸ ਤੇ ਪ੍ਰਾਪਤ ਹੋਏ ਸੁਖ ਭੌਣ। ਇਹਨਾਂ ਸਿੱਖਾਂ ਨੇ ਕੋਈ ਸਾਹਿਬਾਂ ਨੂੰ ਪ੍ਰਸ਼ਨ ਨਹੀਂ ਕੀਤਾ, ਕੋਈ ਮਨ ਦਾ ਸੰਦੇਹ, ਕੋਈ ਹੋਰ ਤਰ੍ਹਾਂ ਦਾ ਜਿਹੜਾ ਦੁਬਿਧਾ ਵਾਲਾ ਖਿਆਲ ਸੀ ਉਹ ਨਹੀਂ ਪ੍ਰਗਟ ਕੀਤਾ ਕਿ ਮਹਾਰਾਜ ਆਹ ਸ਼ੰਕਾ ਹੈ ਜਾਂ ਆਹ ਗੱਲ ਕਿਵੇਂ ਹੈ, ਜਾਂ ਸਾਨੂੰ ਕੋਈ ਤਰਕ ਕਰਦਾ ਅਸੀਂ ਉਹਨੂੰ ਇਹ ਕੀ ਜਵਾਬ ਦਈਏ। ਇਹੋ ਜਿਹਾ ਜਿਹੜਾ ਕੋਈ ਸਵਾਲ ਹੁੰਦਾ ਉਹ ਸ਼ੰਕਾ ਹੁੰਦਾ, ਉਹ ਭਰਮ ਹੁੰਦਾ ਹੈ। ਇਹਨਾਂ ਨੇ ਆਪਣੇ ਭਲੇ ਵਾਸਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਅਸੀਂ ਕਿਹੜਾ ਨਾਮ ਜਪਿਆ ਕਰੀਏ। ਬੁਝਿਓ, ਪੁੱਛਿਆ ਸਾਹਿਬਾਂ ਨੂੰ, ਨਾਮ ਜਪੇ ਹਮ ਕੌਣ, ਅਸੀਂ ਕਿਹੜਾ ਨਾਮ ਜਪੀਏ ਜਿਸ ਤੇ ਪ੍ਰਾਪਤ ਹੋਏ ਸੁਖ ਪਾਉਣ, ਜਿਸ ਕਰਕੇ ਸਾਨੂੰ ਸੁਖ ਦਾ ਪਾਉਣ ਹੁੰਦਾ ਘਰ, ਸੁਖ ਦਾ ਘਰ ਪ੍ਰਾਪਤ ਹੋ ਜਾਵੇ। ਉਹ ਘਰ ਮਿਲ ਜਾਏ ਜਿੱਥੇ ਸੁਖ ਹੀ ਸੁਖ ਹੈ, ਜਿਸ ਬਾਰੇ ਸਾਹਿਬ ਕਹਿੰਦੇ ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਨਾ ਮੌਤ ਦਾ ਡਰ ਤੇ ਨਾ ਬੁਢਾਪੇ ਦਾ ਭੈ ਵਿਆਪਦਾ। ਉਹ ਅਸਲੀ ਘਰ ਨਿਜ ਘਰ, ਮਹਿਲ ਪਾਵੋ ਸੁਖ ਸਹਿਜੇ, ਬੌਰ ਨ ਹੋਏ ਗੋ ਫੇਰਾ। ਉਹ ਸੁੱਖਾਂ ਦਾ ਘਰ ਮਹਾਰਾਜ ਪ੍ਰਾਪਤ ਹੋ ਜਾਵੇ। ਤੇ ਕਿਹੜਾ ਉਪਦੇਸ਼ ਅਸੀਂ ਜਪਿਆ ਕਰੀਏ, ਕਿਹੜਾ ਨਾਮ ਜਪੀਏ। ਸ਼੍ਰੀ ਮੁਖ ਕਹਿਓ ਨਾਮ ਪ੍ਰਭ ਸਾਰੇ, ਭਉ ਜਲ ਪਾਰ ਉਤਾਰਨ ਹਾਰੇ। ਸ਼੍ਰੀ ਪ੍ਰਭੂ ਸਤਿਗੁਰੂ ਜੀ ਨੇ ਆਖਿਆ, ਪ੍ਰੇਮਿਓ ਪ੍ਰਮਾਤਮਾ ਦੇ ਬੇਅੰਤ ਨਾਮ ਹਨ, ਸਾਰੇ ਨਾਮ ਸ਼ਕਤੀ ਸਮਰੱਥਾ ਵਾਲੇ ਨੇ। ਕੋਈ ਵੀ ਕੋਈ ਨਾਮ ਜਪ ਲਵੇ ਨਾ, ਉਹੀ ਨਾਮ ਉਸ ਨੂੰ ਪਾਰ ਉਤਾਰਨ ਹਾਰੇ, ਉਸ ਜੀਵ ਨੂੰ ਪਾਰ ਉਤਾਰਨ ਵਾਲਾ ਹੁੰਦਾ। ਸਾਰੇ ਨਾਮ ਪਰਮੇਸ਼ਰ ਦੇ ਜੀਵ ਨੂੰ ਸਾਗਰ ਸੰਸਾਰ ਤੋਂ ਪਾਰ ਲੰਘਾ ਦਿੰਦੇ ਹਨ। ਸ਼੍ਰੀ ਨਾਨਕ ਨਿਜ ਸਿੱਖਨ ਹੇਤ, ਵਾਹਿਗੁਰੂ ਸਿਰਜਿਓ ਨਿਤ ਚੇਤ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਭਲੇ ਹੇਤ, ਭਲੇ ਵਾਸਤੇ, ਉਹਨਾਂ ਦੇ ਉਪਦੇਸ਼ ਦੇ ਕਰਕੇ ਉਹਨਾਂ ਦਾ ਜੀਵਨ ਪੰਧ ਸੁਖਾਲਾ ਕਰਨ ਦੇ ਲਈ ਉਹਨਾਂ ਦੇ ਤਾਈ ਵਾਹਿਗੁਰੂ ਸਿਰਜਿਓ ਨਿਤ ਚੇਤ। ਵਾਹਿਗੁਰੂ ਨਾਮ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਿਰਜਿਆ, ਬਣਾਇਆ, ਉਚਾਰਿਆ ਹੈ। ਤੇ ਵਾਹਿਗੁਰੂ ਦਾ ਨਾਮ ਨਿਤ ਚੇਤ, ਨਿਤਾਂ ਹੀ ਚੇਤੇ ਕਰਨਾ ਹੈ। ਹਮੇਸ਼ਾ ਹੀ ਇਹ ਸਿਮਰਨ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਪਾਵਨ ਉਪਦੇਸ਼ ਵਾਹਿਗੁਰੂ ਮੰਤਰ ਉਚਾਰਿਆ ਹੈ। ਚਤੁਰ ਵਿਯੋਹ ਜਿਮ ਪ੍ਰਭ ਕੇ ਰੂਪ, ਤਿਮ ਇਹ ਚਾਰੋਂ ਬਰਨ ਅਨੂਪ। ਸੋ ਜਿਵੇਂ ਚਤੁਰ ਵਿਯੋਹ, ਚਤੁਰ ਸਿਆਣੇ ਜਿਹੜੇ ਵਿਯੋਗ ਹੁੰਦੇ ਨੇ, ਕਹਿੰਦੇ ਵਿਆਖਿਆਕਾਰ, ਜਿਮ ਪ੍ਰਭ ਕੇ ਰੂਪ, ਵਿਸ਼ਨੂੰ ਦੇ ਜਿਹੜੇ ਚਾਰ ਰੂਪ ਮੰਨੇ ਹਨ, ਤਿਮ ਇਹ ਚਾਰੋਂ ਵਰਨਾਂ ਨੂੰ। ਇਸੇ ਤਰ੍ਹਾਂ ਵਾਹਿਗੁਰੂ ਸ਼ਬਦ ਦੇ ਮੰਤਰ ਦੇ ਜਿਹੜੇ ਚਾਰ ਅੱਖਰ ਹਨ, ਇਹ ਬਹੁਤ ਹੀ ਮਹਾਨ, ਉੱਤਮ ਹਨ, ਸ੍ਰੇਸ਼ਟ ਹਨ। ਜਥਾ ਚਮੂ ਕੇ ਚਾਰੋਂ ਅੰਗ, ਇਮ ਇਹ ਬਰਨ ਛਤਰ ਅਗ ਭੰਗ। ਜਿਵੇਂ ਚਮੂ ਫੌਜ ਦੇ ਚਾਰ ਅੰਗ ਹੁੰਦੇ ਨੇ, ਅੱਜ ਕੱਲ੍ਹ ਵੀ ਤਕਰੀਬਨ ਜਿਹੜੀ ਹਰ ਦੇਸ਼ ਦੀ ਫੌਜ, ਉਹਦੇ ਚਾਰ ਅੰਗ ਮੰਨੇ ਜਾਂਦੇ ਨੇ। ਇੱਕ ਤਾਂ ਉਹ ਅੰਗ ਹੁੰਦਾ ਜਿਹਨੂੰ ਪੈਦਲ ਸੈਨਾ ਕਹਿੰਦੇ, ਦੂਸਰਾ ਅੰਗ ਹੁੰਦਾ ਹੈ ਤੋਪਖਾਨੇ ਵਾਲੀ ਫੌਜ, ਤੀਸਰਾ ਅੰਗ ਟੈਂਕਾਂ ਵਾਲੀ ਫੌਜ ਮੰਨੀ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਚੌਥਾ ਅੰਗ ਹਵਾਈ ਸੈਨਾ ਮੰਨੀ ਜਾਂਦੀ ਹੈ। ਸਮੁੰਦਰ ਦੇ ਰਸਤੇ ਤਾਂ ਪਹਿਲੀ ਗੱਲ ਕੋਈ ਮੋਹ ਨਹੀਂ ਕਰਦਾ, ਜੇ ਕਰੇ ਵੀ ਤਾਂ ਉੱਧਰ ਕਾਮਯਾਬ ਨਹੀਂ ਹੁੰਦਾ। ਸੋ ਇਹ ਚਾਰ ਅੰਗ ਮੁੱਖ ਮੰਨੇ ਜਾਂਦੇ ਸਨ ਪੁਰਾਣੇ ਸਮੇਂ ਦੇ ਵਿੱਚ ਵੀ। ਸੋ ਇਸੇ ਤਰ੍ਹਾਂ ਹੀ ਚਾਰ ਅੰਗ ਹੋਰ ਵੀ ਮੰਨੇ ਜਾਂਦੇ ਸੀ, ਪੈਦਲ ਸੈਨਾ, ਘੋੜ ਸਵਾਰ ਸੈਨਾ, ਰਥ ਸੈਨਾ, ਹਾਥੀਆਂ ਦੀ ਸੈਨਾ। ਇਹ ਚਾਰ ਰੂਪ ਫੌਜ ਦੇ ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜਿਆਂ ਦੀ ਚਤਰੰਗਣੀ ਫੌਜ ਮੰਨੀ ਜਾਂਦੀ ਸੀ। ਸੋ ਇਮ ਇਹ ਵਰਨ ਛਤਰ ਅਗ ਭੰਗ। ਇਸੇ ਤਰ੍ਹਾਂ ਹੀ ਭਾਈ ਇਹ ਜਿਹੜੇ ਚਾਰ ਅੰਗ ਨੇ ਵਾਹਿਗੁਰੂ ਮੰਤਰ ਦੇ, ਇਹ ਜਿਹੜੇ ਕੰਮ ਕਰੋ ਲੋਭ ਮੋਹ ਹੰਕਾਰ ਵੈਰੀ ਸ਼ਤਰੂ, ਇਹਨਾਂ ਦੇ ਅੰਗ ਭੰਗ ਕਰ ਦੇਣ ਵਾਲੇ ਨੇ। ਬੀਬੀ ਹਰਹਾ ਨੇ ਪੁੱਛਿਆ, ਮਹਾਰਾਜ ਪੰਚ ਸਤਾਵੇ ਦੂਖ, ਦੂਤ ਕਵਣ ਬਿਦ ਮਾਰਨੇ। ਤੇ ਸਾਹਿਬਾਂ ਨੇ ਜੋ ਉਪਦੇਸ਼ ਦਿੱਤਾ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ,
ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ ਹੈ। ਬੀਬਾ ਇਸ ਤਰ੍ਹਾਂ ਇਹ ਘਾਤ ਤੇ ਦਾ ਗੁਰੂ ਕੋਲੋਂ ਪ੍ਰਾਪਤ ਹੋ ਜਾਂਦਾ ਹੈ। ਸਤਿਨਾਮ ਵਾਹਿਗੁਰੂ ਦੇ ਮੰਤਰ ਦਾ ਵਾਰ-ਵਾਰ ਤੀਰ ਮਾਰਨਾ ਹੈ। ਇਹਨਾਂ ਤੀਰਾਂ ਦੇ ਨਾਲ ਇਹਨਾਂ ਦੁਸ਼ਟਾਂ ਨੂੰ ਮਾਰ ਦੇਣਾ ਹੈ। ਜੋ ਕਾਮ ਕਰੋ ਲੋਭ ਮੋਹ ਹੰਕਾਰ ਵੈਰੀ ਹਨ, ਇਹਨਾਂ ਦੇ ਅੰਗ ਭੰਗ ਕਰ ਦੇਣੇ ਹਨ। ਚਾਰੋਂ ਵੇਦਨ ਕੋ ਮਥ ਸਾਰ, ਸੁੰਦਰ ਬਰਨ ਰਚੇ ਗੁਰ ਚਾਰ। ਜਿਹੜਾ ਵਾਹਿਗੁਰੂ ਮੰਤਰ ਹੈ, ਚਾਰੋਂ ਵੇਦਨ ਕੋ ਮਥ ਸਾਰ। ਮਥ ਹੁੰਦਾ ਹੈ ਮਥਨ ਕਰਨਾ, ਰਿੜਕ ਕਰਕੇ। ਸਾਰ ਹੁੰਦਾ ਤਤ ਕੱਢਣਾ। ਬੜੇ ਥਾਵਾਂ ਤੇ ਭਾਈ ਸਾਹਿਬ ਜੀ ਨੇ ਐਸਾ ਵਿਚਾਰ ਪ੍ਰਗਟ ਕੀਤਾ ਹੈ, ਪਰ ਗੁਰੂ ਕੀ ਬਾਣੀ ਵਾਹਿਗੁਰੂ ਮੰਤਰ ਵੇਦਾਂ ਦਾ ਸਾਰ ਨਹੀਂ ਹੈ, ਵੇਦਾਂ ਦਾ ਤਤ ਨਹੀਂ ਹੈ। ਸਗੋਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚੋਂ ਗੁਰੂ ਮੁਖ ਰਾਹੀਂ ਪ੍ਰਗਟ ਹੋਇਆ, ਗੁਰੂ ਹਿਰਦੇ ਤੇ ਉਤਰੀ ਹੋਈ ਧੁਰ ਕੀ ਬਾਣੀ ਹੈ। ਵੇਦਾਂ ਦਾ ਸਾਰ ਹੁੰਦਾ ਕਿਸੇ ਪੁਸਤਕ ਨੂੰ ਪੜ੍ਹ ਕੇ ਉਹਦਾ ਤਤ ਨਿਚੋੜ ਜਿਹੜਾ ਹੈ ਉਹ ਅੱਗੇ 2-4 ਸ਼ਬਦਾਂ ਵਿੱਚ ਵਰਣਨ ਕਰ ਦਿਓ। ਸਮੁੱਚੀ ਬਾਣੀ ਦਾ ਇੱਕ ਇੱਕ ਅੱਖਰ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਆਇਆ, ਗੁਰਮੁਖਾਂ ਦੇ ਹਿਰਦੇ ਤੇ ਲੱਥਾ ਤੇ ਮੁਖ ਰਾਹੀਂ ਪ੍ਰਗਟ ਹੋਇਆ। ਉਹ ਵੇਦਾਂ ਦਾ ਸਾਰ ਸਿਧਾਂਤ ਨਹੀਂ ਹੈ। ਹਾਂ, ਸਮਝਣ ਵਾਸਤੇ ਗੱਲ ਕਹੀ ਜਾਂਦੀ ਹੈ ਵਾਰ-ਵਾਰ ਕਿ ਜਿਵੇਂ ਵੇਦਾਂ ਦਾ ਤਤ ਸਾਰ ਮੁੱਖ ਸਿਧਾਂਤ ਹੈ। ਉਹ ਕਿਹੜਾ ਹੈ? ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜੋ ਮਤਾਲਿਆ। ਨਾਮ ਦੀ ਮਹਿਮਾ ਵੇਦਾਂ ਵਿੱਚ ਹੈ। ਸੋ ਚਾਰੋਂ ਵੇਦਨ ਕੋ ਮਥ ਸਾਰ, ਚੌਵਾਂ ਹੀ ਵੇਦਾਂ ਦੇ ਵਿੱਚੋਂ ਮਥਨ ਕਰਕੇ ਸਾਰ ਜੋ ਉੱਤਮ ਵਿਚਾਰ ਹੈ ਨਾ, ਵੇਖ ਲਓ ਪਰਮਾਤਮਾ ਦਾ ਨਾਮ ਹੀ ਹੈ। ਸੁੰਦਰ ਵਰਨ ਰਚੇ ਗੁਰ ਚਾਰ। ਸਤਿਗੁਰੂ ਪਾਤਸ਼ਾਹ ਨੇ ਸੁੰਦਰ ਵਰਨ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਪ੍ਰਾਪਤ ਕਰਕੇ ਉਚਾਰਨ ਕੀਤੇ ਹਨ। ਚੌ ਦਿਸ਼ ਤੇ ਦਿੜ ਮਨੋ ਜਹਾਜ, ਕਲ ਮਹਿ ਸਿੱਖ ਉਬਾਰਨ ਕਾਜ। ਤੇ ਚੌਵਾਂ ਦਿਸ਼ਾਵਾਂ ਤੇ ਮਨੋ ਸਮਝੋ ਕਿ ਡਿੱਡ ਜਹਾਜ਼ ਬੜਾ ਮਜ਼ਬੂਤ ਪੱਕਾ ਜਹਾਜ਼ ਹੈ ਜਿਹੜਾ ਵਾਹਿਗੁਰੂ ਮੰਤਰ ਹੈ। ਕਲ ਮਹਿ ਸਿੱਖ ਉਬਾਰਨ ਕਾਜ। ਕਲਯੁਗ ਦੇ ਸਮੇਂ ਦੇ ਮਹਿ ਵਿੱਚ ਸਿੱਖਾਂ ਦੇ ਉਬਾਰਨ ਬਚਾਉਣ ਦੇ ਕਾਰਜ ਕਰਨ ਵਾਸਤੇ, ਸਿੱਖਾਂ ਦੇ ਭਲੇ ਦਾ ਕਾਰਜ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਨੇ ਵਾਹਿਗੁਰੂ ਮੰਤਰ ਦਾ ਜਹਾਜ਼ ਤਿਆਰ ਕੀਤਾ ਹੈ। ਜਪ ਹੈ ਨਿਰੰਤਰ ਮਹਿਮਾ ਜਾਨ, ਤਿਨ ਕੋ ਕਰਤਬ ਰਹਿਓ ਨ ਆਨ। ਤੇ ਇਸ ਤਰ੍ਹਾਂ ਜਪੇ ਨਿਰੰਤਰ ਮਹਿਮਾ ਜਾਣ, ਜਿਹੜਾ ਵਾਹਿਗੁਰੂ ਮੰਤਰ ਦੀ ਮਹਿਮਾ ਜਾਣ ਕਰਕੇ ਨਾ ਨਿਰੰਤਰ ਲਗਾਤਾਰ ਜਪੇਗਾ ਨਾ, ਤਿੰਨ ਕੋ ਕਰਤਬ ਰਹਿਓ ਨਾ। ਉਹਦੇ ਕਰਨ ਵਾਲਾ ਕੋਈ ਕਰਤੱਵ ਸੰਸਾਰ 'ਚ ਬਾਕੀ ਰਹਿ ਨਹੀਂ ਜਾਵੇਗਾ ਕਿ ਮੈਂ ਆਹ ਕੰਮ ਕਰ ਲਵਾਂ, ਮੈਂ ਜਤ ਰੱਖ ਲਵਾਂ, ਮੈਂ ਸਤ ਰੱਖ ਲਵਾਂ, ਮੈਂ ਸੰਜਮ ਰੱਖ ਲਵਾਂ, ਤੀਰਥ ਯਾਤਰਾ ਕਰ ਲਵਾਂ। ਇਹ ਕੋਈ ਇੱਕ ਕਰਤੱਵ ਨਹੀਂ ਹੈ, ਬੇਅੰਤ ਕਰਤੱਵ ਹਨ ਸੰਸਾਰ ਦੇ। ਜਿਹੜਾ ਨਾਮ ਜਪਦਾ ਹੈ ਉਹਨੂੰ ਕਿਸੇ ਹੋਰ ਸਾਧਨਾ ਦੀ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਉਹਨੂੰ 8 ਜਿਹੜੇ ਯੋਗ ਦੇ ਅੰਗ ਨੇ ਉਹ ਕਰਨ ਦੀ ਉਹਨੂੰ ਲੋੜ ਨਹੀਂ ਰਹਿ ਜਾਂਦੀ ਕਿ ਜਾਮ ਨਿਜਮ ਆਸਨ ਪ੍ਰਤਿਹਾਰ ਪ੍ਰਾਣਾਯਾਮ ਧਾਰਨਾ ਧਿਆਨ ਸਮਾਧੀ, ਇਹਨਾਂ ਅੰਗਾਂ ਨੂੰ ਉਹ ਕਰਨ ਦਾ ਕੋਈ ਕਰਤੱਵ ਨਾ ਕਰਨ ਦੀ ਇੱਛਾ ਹੀ ਰੱਖਦਾ ਹੈ, ਨਾ ਉਹਨੂੰ ਕਰਨ ਦੀ ਲੋੜ ਹੈ। ਉਹਦੇ ਵਾਸਤੇ ਸਾਰਾ ਕੁਝ ਪਿੱਛੇ ਰਹਿ ਜਾਂਦਾ। ਜਿਹੜਾ ਵਾਹਿਗੁਰੂ ਮੰਤਰ ਦੀ ਮਹਿਮਾ ਜਾਣ ਕੇ ਨਿਤਾਂ ਪ੍ਰਤੀ ਜਪਦਾ ਹੈ। ਵਾਹਿਗੁਰੂ ਜਿਨ ਹਿਰਦੈ ਵਸਾਇਓ, ਚਾਰ ਪਦਾਰਥ ਕਰ ਤਲ ਪਾਇਓ। ਜਿਨ੍ਹਾਂ ਗੁਰਸਿੱਖਾਂ ਨੇ ਵਾਹਿਗੁਰੂ ਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਨੇ ਜਿਹੜੇ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼, ਇਹ ਚਾਰੇ ਆਪਣੇ ਕਰ ਹੱਥ ਦੀ ਤਲੇ ਦੇ ਉੱਪਰ ਪਾਇਓ, ਪਾ ਲਏ, ਪ੍ਰਾਪਤ ਕਰ ਲੈ। ਕਹੈ ਕਹਾਂ ਲਗ ਇਹੋ ਮਹਾਤਮ, ਸਿਮਰਤ ਪ੍ਰਾਪਤ ਗਿਆਨ ਸੁ ਆਤਮ। ਇਸ ਵਾਸਤੇ ਸਿੱਖੋ ਇਹ ਜਿਹੜਾ ਵਾਹਿਗੁਰੂ ਮੰਤਰ ਇਹਦਾ ਮਹਾਤਮ ਤੁਹਾਨੂੰ ਕਿੱਥੋਂ ਤੱਕ ਵਰਣਨ ਕਰਕੇ ਕਹਾਂ ਦੱਸਣਾ ਕਰੀਏ, ਕਹਿਣਾ ਕਰੀਏ। ਬਸ ਇਹ ਤਾਂ ਜਪਿਆ ਜਾਂਦਾ ਹੈ ਤੇ ਜਪਣ ਵਾਲਾ ਹੀ ਇਹਦਾ ਮਹਾਤਮ ਸਮਝਦਾ ਹੈ। ਸਿਮਰਤ ਪ੍ਰਾਪਤ ਗਿਆਨ ਸੁ ਆਤਮ। ਸਿਮਰਦਿਆਂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਮਹਾਨ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਨ ਮਹਿਮਾ
ਸਿੱਖ ਸਿਮਰਨ ਲਾਗੇ, ਸਤਿਗੁਰ ਮਿਲੇ ਭਾਗ ਜਿਨ ਜਾਗੇ। ਵਾਹਿਗੁਰੂ ਮੰਤਰ ਦੀ ਮਹਿਮਾ ਸੁਣ ਕੇ, ਵਡਿਆਈ ਸੁਣ ਕੇ ਗੁਰੂ ਕੇ ਸਿੱਖ ਸਿਮਰਨ ਵਿੱਚ ਲੱਗ ਗਏ, ਅਭਿਆਸ ਕਰਨ ਵਿੱਚ ਜੁਟ ਗਏ। ਸਤਿਗੁਰ ਮਿਲੇ, ਸਤਿਗੁਰੂ ਨੂੰ ਉਹੀ ਮਿਲੇ ਨੇ ਭਾਗ ਜਿਨ ਜਾਗੇ, ਜਿਨ੍ਹਾਂ ਦੇ ਭਾਗ ਜਾਗ ਕੇ, ਅਥਵਾ ਜਿਹੜੇ ਗੁਰੂ ਨੂੰ ਆ ਕੇ ਮਿਲੇ ਨਾ, ਉਹਨਾਂ ਦੇ ਸਾਰਿਆਂ ਦੇ ਕਰਮ ਭਾਗ ਸ਼ੁਭ ਨਸੀਬ ਜਾਗ ਪਏ, ਬੰਦਗੀ ਦੇ ਰਾਹ ਤੇ ਤੁਰ ਪਏ, ਆਤਮ ਮਾਰਗ ਦੇ ਪਾਂਧੀ ਬਣ ਗਏ। ਗੁਰੂ ਗੁਰੂ ਜਪਦਿਆਂ ਹੋਇਆਂ ਸਤਿਗੁਰੂ ਦੇ ਦਰ ਘਰ ਵਿੱਚ ਪ੍ਰਵਾਨ ਚੜ੍ਹ ਗਏ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਸਾਹਿਬਾਂ ਦੇ ਕੋਲੋਂ ਉਪਦੇਸ਼ ਸੁਣ ਕਰਕੇ ਉਸ ਉਪਦੇਸ਼ ਨੂੰ ਸੁਣਿਆ, ਕਮਾਇਆ, ਮੰਨਿਆ, ਨਿਧਿਆਸਨ ਕੀਤਾ, ਉੱਚ ਪਦਵੀਆਂ ਪ੍ਰਾਪਤ ਕਰਕੇ ਸੰਸਾਰ ਤੋਂ ਸੁਰਖਰੂ ਕਰਕੇ ਨਿਰੰਕਾਰ ਦੇ ਦੇਸ਼ ਵਿੱਚ ਗਏ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਸੁਨ ਮਹਿਮਾ ਸਿੱਖ ਸਿਮਰਨ ਲਾਗੇ, ਸਤਿਗੁਰ ਮਿਲੇ ਭਾਗ ਜਿਨ ਜਾਗੇ। ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ
ਅਗਨਾਸ। हे पूरन हे सर्ब मैं दुख भंजन गुणतास। हे संगी हे निरंकार। हे निर्गुण सब टेको। हे गोविंद हे गुण निदान। जागै सदा विवेको। हे अपरंपर हर हरे। पी हो बनहार। हे संत कै सदा संग। दीदारा आधार। हे ठाकुर हूँ दास रो। निर्गुण गुण नहीं कोय। नानक दीजै नाम दान। राखो हियै परोए। आए प्रभ शरणागति। कृपा नित दयाल। एक अक्षर हार मान बसत। नानक होत निहाल। वाहिगुरु नाम जहाज है। चढ़े सो उतरै पार। जो शरदा कार सेवदे। गुर पार उतारन हार। जो शरदा कार सेवदे। गुर पार उतारन हार। वाहिगुरु जी का खालसा वाहिगुरु जी की फतेह। फतेह।